ਮੇਰਾ ਪਤੀ ਨਿਖਿਲ ਮੇਰੇ ਕੋਲ ਖੜਾ ਰੋ ਰਿਹਾ ਸੀ। ਉਸ ਦਾ ਹਰ ਹੰਝੂ ਮੇਰੇ ਉੱਤੇ ਕਿਆਮਤ ਵਾਂਗ ਡਿੱਗ ਰਿਹਾ ਸੀ। ਉਹ ਕਹਿਣ ਲੱਗਾ, ਅੰਮ੍ਰਿਤਾ, ਤੈਨੂੰ ਕੀ ਹੋ ਗਿਆ ਹੈ? ਤੁਸੀਂ ਆਪਣਾ ਕੀ ਹਾਲ ਬਣਾ ਰੱਖਿਆ ਹੈ? ਜਦੋਂ ਮੈਂ ਤੇਰੇ ਨਾਲ ਵਿਆਹ ਕੀਤਾ ਸੀ ਤਾਂ ਤੂੰ ਬਹੁਤ ਸੋਹਣੀ ਸੀ, ਪਰ ਹੁਣ ਤੇਰੇ ਚਿਹਰੇ ਤੇ ਝੁਰੜੀਆਂ ਪੈ ਗਈਆਂ ਹਨ ਅਤੇ ਤੇਰੇ ਚਿਹਰੇ ਦੀ ਰੰਗਤ ਵਿਗੜ ਗਈ ਹੈ। ਹੁਣ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ। ਨਿਖਿਲ ਦੀਆਂ ਗੱਲਾਂ ਸੁਣ ਕੇ ਮੈਂ ਡਰ ਗਈ। ਮੈਂ ਉਸ ਦਾ ਹੱਥ ਫੜ ਕੇ ਕਿਹਾ, ਤੁਹਾਨੂੰ ਵੀ ਲੱਗਦਾ ਹੈ ਕਿ ਮੇਰੇ ਵਿੱਚ ਬਦਲਾਅ ਆ ਗਿਆ ਹੈ? ਜਦੋਂ ਵੀ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੀ ਹਾਂ, ਮੈਂ ਆਪਣੇ ਆਪ ਨੂੰ ਬਦਲਿਆ ਹੋਇਆ ਦੇਖਦੀ ਹਾਂ। ਮੇਰੇ ਚਿਹਰੇ ਤੇ ਕੋਈ ਚਮਕ ਨਹੀਂ ਰਹੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਥੋੜਾ ਜਿਹਾ ਵੀ ਤੁਰਦੀ ਹਾਂ ਤਾਂ ਸਾਹ ਚੜ ਜਾਂਦਾ ਹੈ, ਬੈਠਦੀ ਹਾਂ ਤਾਂ ਦਿਲ ਘਬਰਾਉਣ ਲੱਗਦਾ ਹੈ, ਲੇਟਦੀ ਹਾਂ ਤਾਂ ਲੱਤ ਵਿੱਚ ਦਰਦ ਹੋਣ ਲੱਗਦਾ ਹੈ। ਮੈਂ ਸਾਰਾ ਦਿਨ ਨੌਕਰਾਣੀਆਂ ਤੋਂ ਲੱਤਾਂ ਨੂੰ ਦਬਾਉਂਦੀ ਰਹਿੰਦੀ ਹਾਂ, ਪਰ ਕੋਈ ਫਾਇਦਾ ਨਹੀਂ ਹੁੰਦਾ। ਸਿਰ ਵਿੱਚ ਹਰ ਵੇਲੇ ਦਰਦ ਹੁੰਦਾ ਰਹਿੰਦਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਇਹ ਫਟਣ ਵਾਲਾ ਹੈ। ਨਿਖਿਲ, ਮੈਨੂੰ ਬਹੁਤ ਡਰ ਲੱਗਦਾ ਹੈ ਕਿ ਮੈਨੂੰ ਕੋਈ ਬਿਮਾਰੀ ਤਾਂ ਨਹੀਂ ਹੋ ਗਈ ਹੈ। ਮੈਂ ਕਿਤੇ ਮਰਨ ਵਾਲੀ ਤਾਂ ਨਹੀਂ ਹਾਂ। ਮੈਂ ਹਰ ਵੇਲੇ ਡਰ ਵਿੱਚ ਰਹਿੰਦੀ ਹਾਂ। ਤੁਹਾਨੂੰ ਵੀ ਆਪਣੇ ਦਿਲ ਦੀ ਗੱਲ ਨਹੀਂ ਕਹੀ ਕਿ ਕਿਤੇ ਤੁਸੀਂ ਮੈਨੂੰ ਡਾਕਟਰ ਕੋਲ ਜਾਣ ਦੀ ਸਲਾਹ ਨਾ ਦੇ ਦਿਓ। ਮੈਂ ਡਾਕਟਰ ਕੋਲ ਨਹੀਂ ਜਾਣਾ ਚਾਹੁੰਦੀ। ਮੈਨੂੰ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਦੀ ਬਿਮਾਰੀ ਦੀ ਰਿਪੋਰਟ ਬਣਾ ਕੇ ਦੇ ਦੇਣ। ਨਿਖਿਲ ਨੇ ਮੇਰਾ ਹੱਥ ਫੜ ਕੇ ਕਿਹਾ, ਅੰਮ੍ਰਿਤਾ, ਤੁਸੀਂ ਇੰਨਾ ਬਰਦਾਸ਼ਤ ਕੀਤਾ, ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ? ਅਜੇ ਸਮੇਂ ਵਿੱਚ ਹੀ ਤਾਂ ਆਪਣੇ ਕੰਮ ਆਉਂਦੇ ਹਨ। ਜੇ ਮੈਂ ਤੁਹਾਡੇ ਨਾਲ ਇਸ ਬਾਰੇ ਗੱਲ ਨਾ ਕੀਤੀ ਹੁੰਦੀ ਤਾਂ ਸ਼ਾਇਦ ਤੁਸੀਂ ਆਪਣੀ ਸਮੱਸਿਆ ਮੇਰੇ ਤੋਂ ਲੁਕਾਉਂਦੇ ਰਹਿੰਦੇ। ਅੰਮ੍ਰਿਤਾ, ਤੂੰ ਮੈਨੂੰ ਗੁੱਸੇ ਕਰ ਦਿੱਤਾ, ਪਰ ਫਿਰ ਵੀ ਮੈਂ ਤੁਹਾਨੂੰ ਇਹ ਸਭ ਕੁਝ ਇਕੱਲੇ ਨਹੀਂ ਝੱਲਣ ਦਿਆਂਗਾ। ਇਸ ਲਈ ਹੁਣੇ ਮੇਰੇ ਨਾਲ ਚੱਲੋ। ਮੈਂ ਤੁਹਾਨੂੰ ਸ਼ਹਿਰ ਦੇ ਸਭ ਤੋਂ ਵਧੀਆ ਡਾਕਟਰ ਕੋਲ ਲੈ ਜਾਵਾਂਗਾ। ਮੈਨੂੰ ਉਮੀਦ ਹੈ ਕਿ ਥੋੜੇ ਜਿਹੇ ਇਲਾਜ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਮੈਂ ਨਾ ਵਿੱਚ ਸਿਰ ਹਿਲਾ ਕੇ ਕਿਹਾ, ਨਹੀਂ ਨਹੀਂ, ਮੈਨੂੰ ਬਹੁਤ ਡਰ ਲੱਗਦਾ ਹੈ। ਕੀ ਹੋਵੇਗਾ ਜੇ ਡਾਕਟਰ ਕਹਿ ਦੇਵੇ ਕਿ ਤੁਹਾਨੂੰ ਕੋਈ ਖਤਰਨਾਕ ਬਿਮਾਰੀ ਹੈ? ਨਿਖਿਲ ਨੇ ਕਿਹਾ, ਪਾਗਲ ਨਾ ਬਣੋ ਅੰਮ੍ਰਿਤਾ, ਕਦੇ ਕੋਈ ਡਾਕਟਰ ਮਰੀਜ਼ ਨੂੰ ਇਹ ਨਹੀਂ ਕਹਿੰਦਾ। ਚਲੋ ਮੇਰੇ ਨਾਲ ਆਓ, ਅੱਜ ਦਫ਼ਤਰ ਵਿੱਚ ਬਹੁਤਾ ਕੰਮ ਨਹੀਂ ਹੈ। ਨਿਖਿਲ ਜ਼ਬਰਦਸਤੀ ਮੈਨੂੰ ਕੱਪੜੇ ਪਵਾ ਕੇ ਆਪਣੇ ਨਾਲ ਲੈ ਗਿਆ। ਮੈਂ ਸਾਰੇ ਰਸਤੇ ਅਜੀਬ ਗੱਲਾਂ ਸੋਚ ਕੇ ਪਰੇਸ਼ਾਨ ਹੁੰਦੀ ਰਹੀ। ਮੇਰਾ ਦਿਲ ਘਬਰਾ ਰਿਹਾ ਸੀ, ਜਿਵੇਂ ਕੋਈ ਘਟਨਾ ਵਾਪਰਨ ਵਾਲੀ ਹੋਵੇ। ਮੈਂ ਡਾਕਟਰ ਦੇ ਕਮਰੇ ਵਿੱਚ ਬੈਠ ਕੇ ਡਾਕਟਰ ਨੂੰ ਆਪਣੀ ਸਮੱਸਿਆ ਦੱਸ ਰਹੀ ਸੀ। ਉਸਨੇ ਮੇਰੇ ਵੱਖ-ਵੱਖ ਤਰੀਕਿਆਂ ਨਾਲ ਸਾਰੇ ਟੈਸਟ ਕੀਤੇ। ਸਾਨੂੰ ਅੱਧੇ ਘੰਟੇ ਬਾਅਦ ਹੀ ਰਿਪੋਰਟ ਮਿਲਣੀ ਸੀ। ਮੈਂ ਬਹੁਤ ਘਬਰਾ ਗਈ ਸੀ। ਮੈਂ ਰੋ ਰਹੀ ਸੀ ਅਤੇ ਰੱਬ ਅੱਗੇ ਪ੍ਰਾਰਥਨਾ ਕਰ ਰਹੀ ਸੀ, ਹੇ ਪਰਮੇਸ਼ਵਰ, ਸਭ ਕੁਝ ਠੀਕ ਹੋਵੇ। ਆਖਰਕਾਰ ਉਹ ਸਮਾਂ ਆ ਗਿਆ ਜਦੋਂ ਉਹ ਰਿਪੋਰਟ ਮਿਲੀ ਅਤੇ ਨਿਖਿਲ ਰਿਪੋਰਟ ਲੈ ਕੇ ਡਾਕਟਰ ਦੇ ਦਫ਼ਤਰ ਵਿੱਚ ਉਸ ਦੇ ਸਾਹਮਣੇ ਬੈਠਾ ਸੀ। ਡਾਕਟਰ ਮੇਰੀਆਂ ਰਿਪੋਰਟਾਂ ਦੇਖ ਕੇ ਮੱਥੇ ਤੇ ਹੱਥ ਫੇਰਨ ਲੱਗਾ। ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਕਿ ਕਿਤੇ ਮੇਰੀ ਜਾਨ ਨੂੰ ਖਤਰਾ ਤਾਂ ਨਹੀਂ। ਮੈਂ ਝੱਟ ਕਿਹਾ, ਡਾਕਟਰ ਸਾਹਿਬ, ਮੇਰੀ ਰਿਪੋਰਟ ਵਿੱਚ ਕੀ ਹੈ? ਤੁਸੀਂ ਪਰੇਸ਼ਾਨ ਲੱਗ ਰਹੇ ਹੋ। ਡਾਕਟਰ ਕਹਿਣ ਲੱਗਾ, ਅਸਲ ਵਿੱਚ ਤੁਹਾਡਾ ਕੇਸ ਬੜਾ ਅਜੀਬ ਹੈ। ਅਜਿਹਾ ਬਹੁਤ ਘੱਟ ਹੁੰਦਾ ਹੈ। ਇਸ ਤੋਂ ਪਹਿਲਾਂ ਅਜਿਹਾ ਕੋਈ ਕੇਸ ਮੇਰੇ ਸਾਹਮਣੇ ਨਹੀਂ ਆਇਆ। ਹੋ ਸਕਦਾ ਹੈ ਕਿ ਮੇਰੇ ਕੋਲ ਤੁਹਾਡੇ ਕੇਸ ਨੂੰ ਸਮਝਣ ਲਈ ਲੋੜੀਂਦਾ ਤਜਰਬਾ ਨਾ ਹੋਵੇ। ਮੈਂ ਤੁਹਾਨੂੰ ਦੇਸ਼ ਦਾ ਸਭ ਤੋਂ ਵੱਡਾ ਡਾਕਟਰ ਦੱਸਦਾ ਹਾਂ। ਤੁਸੀਂ ਇੱਕ ਵਾਰ ਉਸ ਕੋਲ ਜਾਓ ਅਤੇ ਡਾਕਟਰ ਨੂੰ ਆਪਣੀ ਰਿਪੋਰਟ ਦਿਖਾਓ। ਡਾਕਟਰ ਦੀ ਗੱਲ ਸੁਣ ਕੇ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਈ। ਡਾਕਟਰ ਨੇ ਕਿਹਾ, ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਡਾਕਟਰ ਵਰਮਾ ਮਰੀਜ਼ ਦੀ ਨਬਜ਼ ਤੇ ਹੱਥ ਰੱਖ ਕੇ ਹੀ ਉਸ ਦੀ ਬਿਮਾਰੀ ਦਾ ਪਤਾ ਲਗਾ ਲੈਂਦੇ ਹਨ। ਚਿੰਤਾ ਨਾ ਕਰੋ, ਸਭ ਠੀਕ ਹੋਵੇਗਾ। ਮੈਂ ਤੁਹਾਨੂੰ ਦਰਦ ਤੋਂ ਰਾਹਤ ਲਈ ਕੁਝ ਤਾਕਤ ਲਈ ਦਵਾਈਆਂ ਆਦਿ ਲਿਖ ਦਿੰਦਾ ਹਾਂ। ਮੈਂ ਡਾਕਟਰ ਦੁਆਰਾ ਦੱਸੀਆਂ ਦਵਾਈਆਂ ਲੈ ਕੇ ਘਰ ਆ ਗਈ। ਭਾਵੇਂ ਮੇਰਾ ਦਿਲ ਬੁਰੀ ਤਰ੍ਹਾਂ ਘਬਰਾ ਰਿਹਾ ਸੀ, ਮੇਰੇ ਪਤੀ ਨਿਖਿਲ ਨੇ ਉਸ ਸਮੇਂ ਮੇਰਾ ਬਹੁਤ ਸਾਥ ਦਿੱਤਾ ਅਤੇ ਕਿਹਾ ਕਿ ਤੁਹਾਨੂੰ ਕੁਝ ਨਹੀਂ ਹੋਵੇਗਾ, ਰੱਬ ਸਭ ਕੁਝ ਠੀਕ ਕਰੇਗਾ। ਜਦੋਂ ਮੈਂ ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਦੀ ਵਰਤੋਂ ਸ਼ੁਰੂ ਕੀਤੀ ਤਾਂ ਮੈਂ ਪੂਰੀ ਤਰ੍ਹਾਂ ਠੀਕ ਹੋ ਗਈ। ਮੈਂ ਡਾਕਟਰ ਵਰਮਾ ਕੋਲ ਜਾਣ ਦੀ ਲੋੜ ਵੀ ਨਹੀਂ ਸਮਝੀ। ਕੁਝ ਦਿਨਾਂ ਵਿੱਚ ਹੀ ਮੈਂ ਤਕੜੀ ਹੋ ਗਈ ਸੀ। ਹੁਣ ਮੈਂ ਖੁਸ਼ ਰਹਿਣ ਲੱਗ ਪਈ ਸੀ, ਪਰ ਨਿਖਿਲ ਹਰ ਪਲ ਫਿਕਰਮੰਦ ਰਹਿੰਦਾ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਡਾਕਟਰ ਵਰਮਾ ਕੋਲ ਆਓ। ਜਦੋਂ ਤੱਕ ਤੁਹਾਡਾ ਚੈੱਕਅਪ ਉਹਨਾਂ ਕੋਲੋਂ ਨਹੀਂ ਹੋ ਜਾਂਦਾ, ਉਦੋਂ ਤੱਕ ਮੈਨੂੰ ਰਾਹਤ ਨਹੀਂ ਹੋਵੇਗੀ। ਜਦੋਂ ਕਿ ਮੈਂ ਨਿਖਿਲ ਨੂੰ ਕਹਿੰਦੀ ਸੀ ਕਿ ਤੁਸੀਂ ਬਿਨਾਂ ਕਿਸੇ ਗੱਲ ਚਿੰਤਾ ਕਰ ਰਹੇ ਹੋ, ਮੈਨੂੰ ਬਿਲਕੁਲ ਵੀ ਕੋਈ ਬਿਮਾਰੀ ਨਹੀਂ ਹੈ। ਜੇ ਮੈਂ ਬਿਮਾਰ ਹੁੰਦੀ ਤਾਂ ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਦਾ ਮੇਰੇ ਤੇ ਕੋਈ ਅਸਰ ਨਾ ਹੁੰਦਾ।
ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਅਤੇ ਇਸ ਦਾ ਮਤਲਬ ਹੈ ਕਿ ਮੈਂ ਬਿਲਕੁਲ ਠੀਕ ਹਾਂ। ਮੈਨੂੰ ਬਿਲਕੁਲ ਵੀ ਕੋਈ ਬਿਮਾਰੀ ਨਹੀਂ ਹੈ। ਨਿਖਿਲ ਬਸ ਚੁੱਪ ਹੋ ਗਿਆ। ਉਸ ਸਮੇਂ ਉਹ ਕੁਝ ਨਹੀਂ ਬੋਲਿਆ, ਪਰ ਕੁਝ ਦਿਨ ਹੀ ਹੋਏ ਸਨ ਅਤੇ ਦਵਾਈਆਂ ਨੇ ਮੇਰੇ ਤੇ ਅਸਰ ਕਰਨਾ ਬੰਦ ਕਰ ਦਿੱਤਾ ਅਤੇ ਇਸ ਵਾਰ ਮੇਰੀ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਗੜ ਗਈ ਸੀ। ਹੁਣ ਮੈਂ ਹਰ ਵੇਲੇ ਚਿੰਤਤ ਅਤੇ ਘਬਰਾਈ ਹੋਈ ਰਹਿੰਦੀ ਸੀ। ਨਿਖਿਲ ਨੇ ਮੇਰੀ ਹਾਲਤ ਦੇਖੀ ਤਾਂ ਕਿਹਾ, ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਮੇਰੇ ਨਾਲ ਡਾਕਟਰ ਵਰਮਾ ਕੋਲ ਚੱਲੋ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਹੁਣ ਮੈਂ ਤੇਰੀ ਬਿਲਕੁਲ ਨਹੀਂ ਸੁਣਾਂਗਾ ਤੇ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਡਾਕਟਰ ਕੋਲ ਜਾਵਾਂਗਾ। ਹੁਣ ਮੇਰੇ ਕੋਲ ਨਿਖਿਲ ਦੀ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਇਸ ਲਈ ਮੈਂ ਆਪਣੇ ਪਤੀ ਨਾਲ ਸਹਿਮਤ ਹੋ ਕੇ ਡਾਕਟਰ ਵਰਮਾ ਕੋਲ ਚਲੀ ਗਈ। ਡਾਕਟਰ ਨੇ ਮੇਰਾ ਚੈੱਕਅਪ ਕੀਤਾ ਅਤੇ ਮੇਰੀ ਰਿਪੋਰਟ ਦੇਖ ਕੇ ਮੈਨੂੰ ਕੁਝ ਹੋਰ ਟੈਸਟ ਕਰਵਾਉਣ ਲਈ ਕਿਹਾ। ਮੈਂ ਇਸ ਮਾਮਲੇ 'ਚ ਫਸ ਗਈ ਸੀ, ਪਰ ਜਦੋਂ ਮੇਰੀ ਰਿਪੋਰਟ ਸਾਹਮਣੇ ਆਈ ਤਾਂ ਡਾਕਟਰ ਵਰਮਾ ਨੇ ਕਿਹਾ, ਮੈਂ ਤੁਹਾਨੂੰ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਤੁਹਾਨੂੰ ਅਜਿਹੀ ਬਿਮਾਰੀ ਲੱਗ ਗਈ ਹੈ ਜਿਸ ਦਾ ਭਾਰਤ ਵਿੱਚ ਕੋਈ ਇਲਾਜ ਨਹੀਂ ਹੈ। ਤੁਸੀਂ ਇਸ ਤਰ੍ਹਾਂ ਕਰੋ, ਬਾਹਰਲੇ ਦੇਸ਼ ਚਲੇ ਜਾਓ। ਇਹ ਸੰਭਵ ਹੈ ਕਿ ਉੱਥੇ ਤੁਹਾਡਾ ਇਲਾਜ ਹੋ ਸਕਦਾ ਹੈ, ਪਰ ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਤੁਸੀਂ ਵਿਦੇਸ਼ ਜਾਣ ਤੋਂ ਬਾਅਦ ਵੀ ਠੀਕ ਹੋ ਜਾਵੋਗੇ। ਤੁਹਾਡੀ ਬਿਮਾਰੀ ਬਹੁਤ ਗੁੰਝਲਦਾਰ ਹੈ। ਤੁਸੀਂ ਇੱਕ ਲਾਇਲਾਜ ਬਿਮਾਰੀ ਤੋਂ ਪੀੜਤ ਹੋ। ਇਸ ਲਈ ਹੁਣ ਮੈਂ ਤੁਹਾਡੇ ਦਰਦ ਲਈ ਕੁਝ ਦਵਾਈਆਂ ਲਿਖਦਾ ਹਾਂ। ਉਸ ਤੋਂ ਬਾਅਦ ਤੁਸੀਂ ਸੋਚ ਲਿਓ ਕਿ ਤੁਹਾਨੂੰ ਅੱਗੇ ਕੀ ਕਰਨਾ ਹੈ। ਡਾਕਟਰ ਵਰਮਾ ਨੂੰ ਸੁਣਨ ਤੋਂ ਬਾਅਦ ਇੰਜ ਲੱਗਾ ਜਿਵੇਂ ਮੈਂ ਜ਼ਮੀਨ ਤੇ ਡਿੱਗ ਪਈ ਹਾਂ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਡਾਕਟਰ ਨੇ ਮੈਨੂੰ ਹੌਸਲਾ ਦਿੱਤਾ। ਮੇਰੇ ਪਤੀ ਨੇ ਵੀ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਮੈਨੂੰ ਆਪਣੇ ਨਾਲ ਘਰ ਲੈ ਗਿਆ। ਮੈਂ ਕੁਝ ਖਾਧਾ ਪੀਤਾ ਨਹੀਂ ਸੀ। ਹੁਣ ਮੈਂ ਸਾਰਾ ਦਿਨ ਰੋਂਦੀ ਰਹਿੰਦੀ ਸੀ ਤੇ ਰਾਤ ਨੂੰ ਜਾਗਦੀ ਰਹਿੰਦੀ ਸੀ। ਇਹ ਕਿਵੇਂ ਮੁਮਕਿਨ ਸੀ ਕਿ ਮੈਨੂੰ ਅਜਿਹੀ ਬਿਮਾਰੀ ਲੱਗ ਗਈ ਜਿਸ ਦਾ ਕੋਈ ਇਲਾਜ ਨਹੀਂ ਸੀ। ਖੈਰ, ਨਿਖਿਲ ਮੈਨੂੰ ਬਹੁਤ ਪਸੰਦ ਕਰਦਾ ਸੀ। ਉਸਨੇ ਕਿਹਾ, ਚਿੰਤਾ ਨਾ ਕਰੋ, ਮੈਂ ਤੁਹਾਨੂੰ ਕਿਸੇ ਹੋਰ ਡਾਕਟਰ ਕੋਲ ਚੈੱਕਅਪ ਲਈ ਲੈ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਸਾਨੂੰ ਕੁਝ ਰਾਹਤ ਮਿਲੇਗੀ। ਅਤੇ ਫਿਰ ਮੈਂ ਅਤੇ ਨਿਖਿਲ ਥਾਂ-ਥਾਂ ਡਾਕਟਰਾਂ ਨੂੰ ਮਿਲਣ ਲੱਗੇ। ਮੇਰੇ ਕੇਸ ਨੂੰ ਸਮਝਣ ਵਾਲਾ ਕੋਈ ਡਾਕਟਰ ਨਹੀਂ ਸੀ। ਸਾਰਿਆਂ ਨੇ ਮੈਨੂੰ ਕਿਹਾ ਕਿ ਅੰਮ੍ਰਿਤਾ, ਤੁਹਾਨੂੰ ਕੋਈ ਲਾਇਲਾਜ ਬਿਮਾਰੀ ਹੋ ਗਈ ਹੈ। ਇਹ ਸੁਣ ਕੇ ਮੈਂ ਨਾ ਤਾਂ ਜਿਉਂਦੀ ਰਹਿ ਸਕਦੀ ਸੀ ਤੇ ਨਾ ਮਰ ਸਕਦੀ ਸੀ। ਜੇ ਮੈਨੂੰ ਕੋਈ ਖਤਰਨਾਕ ਬਿਮਾਰੀ ਹੁੰਦੀ ਤਾਂ ਘੱਟੋ-ਘੱਟ ਇਸ ਦਾ ਪਤਾ ਤਾਂ ਲੱਗ ਜਾਂਦਾ ਤੇ ਇਸ ਦਾ ਕੋਈ ਇਲਾਜ ਹੋ ਜਾਂਦਾ ਤੇ ਮੈਂ ਠੀਕ ਹੋ ਜਾਂਦੀ। ਪਰ ਡਾਕਟਰ ਨੇ ਸਾਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਇਹ ਇੱਕ ਲਾਇਲਾਜ ਬਿਮਾਰੀ ਹੈ। ਤੁਹਾਡੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਜੇਕਰ ਤੁਸੀਂ ਵਿਦੇਸ਼ ਜਾ ਕੇ ਇਲਾਜ ਕਰਵਾਓ ਤਾਂ ਵੀ ਬਿਮਾਰੀ ਦੇ ਠੀਕ ਹੋਣ ਦੇ 100% ਸੰਭਾਵਨਾ ਨਹੀਂ ਹੈ। ਪਰ ਜੇਕਰ ਤੁਸੀਂ ਵਿਦੇਸ਼ ਜਾ ਕੇ ਇਲਾਜ ਕਰਵਾਉਂਦੇ ਹੋ ਤਾਂ ਕੁਝ ਉਮੀਦ ਹੈ ਕਿ ਤੁਸੀਂ ਠੀਕ ਹੋ ਜਾਓਗੇ। ਮੈਂ ਹਰ ਪਾਸੇ ਤੋਂ ਨਿਰਾਸ਼ ਮਹਿਸੂਸ ਕਰ ਰਹੀ ਸੀ। ਮੈਂ ਅੰਦਰੋਂ ਟੁੱਟ ਗਈ ਸੀ। ਮੈਂ ਜਿਉਣ ਦੀ ਇੱਛਾ ਗਵਾ ਚੁੱਕੀ ਸੀ। ਹੁਣ ਮੈਂ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੀ ਸੀ। ਇੱਥੋਂ ਤੱਕ ਕਿ ਨਿਖਿਲ ਵੀ ਟੁੱਟ ਗਿਆ ਸੀ। ਮੈਂ ਖਾਣਾ ਪੀਣਾ ਵੀ ਛੱਡ ਦਿੱਤਾ ਸੀ। ਮੈਂ ਹਰ ਵੇਲੇ ਆਪਣੇ ਕਮਰੇ ਵਿੱਚ ਬੰਦ ਰਹਿੰਦੀ ਸੀ। ਮੇਰੀ ਸ਼ਕਲ ਹੁਣ ਪਹਿਲਾਂ ਨਾਲੋਂ ਵੀ ਵਿਗੜ ਗਈ ਸੀ। ਮੇਰੇ ਵਾਲ ਹੌਲੀ-ਹੌਲੀ ਝੜ ਰਹੇ ਸਨ। ਮੇਰਾ ਚਿਹਰਾ ਕਾਲਾ ਹੋ ਰਿਹਾ ਸੀ। ਇੱਕ ਦਿਨ ਨਿਖਿਲ ਮੇਰੇ ਕੋਲ ਆਇਆ ਅਤੇ ਕਿਹਾ, ਅੰਮ੍ਰਿਤਾ, ਮੈਨੂੰ ਪਤਾ ਹੈ ਕਿ ਤੁਸੀਂ ਇਸ ਸਮੇਂ ਬਹੁਤ ਮੁਸ਼ਕਲ ਵਿੱਚ ਹੋ। ਤੁਸੀਂ ਬਹੁਤ ਪਰੇਸ਼ਾਨ ਹੋ, ਪਰ ਮੈਂ ਤੁਹਾਡੇ ਅੱਗੇ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਨਿਖਿਲ ਕਹੇਗਾ ਕਿ ਮੈਂ ਤੈਨੂੰ ਵਿਦੇਸ਼ ਲੈ ਜਾਵਾਂਗਾ, ਕਿਉਂਕਿ ਸਾਡੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ। ਤੁਸੀਂ ਯਕੀਨੀ ਤੌਰ ਤੇ ਠੀਕ ਹੋਵੋਗੇ। ਪਰ ਜਦੋਂ ਮੈਂ ਨਿਖਿਲ ਦੀ ਗੱਲ ਸੁਣੀ ਤਾਂ ਮੈਂ ਹੈਰਾਨ ਰਹਿ ਗਈ। ਇੰਜ ਲੱਗਾ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਹੋਵੇ। ਉਸ ਨੇ ਕਹਿਣਾ ਸ਼ੁਰੂ ਕੀਤਾ ਕਿ ਅੰਮ੍ਰਿਤਾ, ਤੁਸੀਂ ਜਾਣਦੇ ਹੋ ਕਿ ਮੈਂ ਸਿਰਫ 27 ਸਾਲ ਦਾ ਹਾਂ ਅਤੇ ਮੈਂ ਹਜੇ ਜਵਾਨ ਹਾਂ ਅਤੇ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਅਜਿਹੀ ਔਰਤ ਨਾਲ ਨਹੀਂ ਬਿਤਾ ਸਕਦਾ ਜਿਸ ਨੂੰ ਲਾਇਲਾਜ ਬਿਮਾਰੀ ਹੈ। ਜੇ ਤੇਰਾ ਇਲਾਜ ਹੁੰਦਾ ਹੈ ਤਾਂ ਸ਼ਾਇਦ ਮੈਂ ਤੇਰੇ ਕੋਲ ਰਹਿੰਦਾ, ਪਰ ਹੁਣ ਤੈਨੂੰ ਲਾਇਲਾਜ ਰੋਗ ਹੈ, ਇਸ ਲਈ ਤੇਰੇ ਕੋਲ ਰਹਿਣ ਦਾ ਕੋਈ ਫਾਇਦਾ ਨਹੀਂ। ਇਹ ਇਸ ਤਰ੍ਹਾਂ ਹੈ ਜਿਵੇਂ ਮੈਂ ਆਪਣੀ ਜ਼ਿੰਦਗੀ ਦੇ ਦਿਨ ਬਰਬਾਦ ਕਰ ਰਿਹਾ ਹਾਂ ਅਤੇ ਫਿਰ ਮੈਨੂੰ ਡਰ ਹੈ ਕਿ ਕਿਤੇ ਮੈਨੂੰ ਤੁਹਾਡੀ ਇਹ ਲਾਇਲਾਜ ਬਿਮਾਰੀ ਨਾ ਲੱਗ ਜਾਵੇ। ਇਸ ਲਈ ਮੈਂ ਤੁਹਾਨੂੰ ਛੱਡ ਰਿਹਾ ਹਾਂ। ਤੁਹਾਡੇ ਕੋਲ ਤੁਹਾਡੀ ਸਾਰੀ ਜਾਇਦਾਦ,
ਤੁਹਾਡੇ ਗਹਿਣੇ ਹਨ, ਪਰ ਹੁਣ ਮੈਂ ਤੁਹਾਡੇ ਨਾਲ ਹੋਰ ਨਹੀਂ ਰਹਿ ਸਕਦਾ। ਮੈਂ ਹੁਣ ਬਿਮਾਰ ਪਤਨੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਤੁਹਾਨੂੰ ਤਲਾਕ ਦੇ ਰਿਹਾ ਹਾਂ ਅਤੇ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨਾ ਚਾਹੁੰਦਾ ਹਾਂ। ਮੈਂ ਬੈੱਡ ਤੇ ਡਿੱਗ ਗਈ ਤੇ ਉਹ ਵੀ ਜਲਦੀ ਨਾਲ ਮੇਰੇ ਕੋਲ ਬੈੱਡ ਤੇ ਬੈਠ ਗਿਆ ਅਤੇ ਬੋਲਿਆ, ਅੰਮ੍ਰਿਤਾ, ਹੌਸਲਾ ਨਾ ਹਾਰ। ਰੱਬ ਅੱਗੇ ਅਰਦਾਸ ਕਰ ਕਿ ਤੂੰ ਜਲਦੀ ਠੀਕ ਹੋ ਜਾਵੇਂ। ਪਰ ਸ਼ਾਇਦ ਸਾਡੀ ਜ਼ਿੰਦਗੀ ਦਾ ਸਫ਼ਰ ਬਸ ਇੱਥੋਂ ਤੱਕ ਹੀ ਸੀ। ਮੈਂ ਹੁਣ ਤੇਰੇ ਨਾਲ ਨਹੀਂ ਰਹਿ ਸਕਦਾ। ਅਤੇ ਫਿਰ ਨਿਖਿਲ ਮੈਨੂੰ ਉਸੇ ਹਾਲਤ ਵਿੱਚ ਛੱਡ ਕੇ ਤਲਾਕ ਦੇ ਕਾਗਜ਼ ਮੇਰੇ ਕੋਲ ਰੱਖ ਕੇ ਚਲਾ ਗਿਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਜਿਸ ਨੇ ਮੇਰੇ ਨਾਲ ਵਿਆਹ ਕਰਵਾਉਣ ਲਈ ਪੂਰੀ ਦੁਨੀਆ ਨਾਲ ਲੜਾਈ ਕੀਤੀ ਸੀ, ਉਹ ਮੈਨੂੰ ਇੰਨੀ ਆਸਾਨੀ ਨਾਲ ਛੱਡ ਸਕਦਾ ਸੀ। ਮੈਨੂੰ ਅੱਜ ਵੀ ਉਹ ਦਿਨ ਯਾਦ ਹਨ ਜਦੋਂ ਮੈਂ ਇੱਕ ਗਰੀਬ ਇਲਾਕੇ ਵਿੱਚ ਰਹਿੰਦੀ ਸੀ। ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਇੱਕ ਦੂਜੇ ਦਾ ਸਾਥ ਚਾਹੁੰਦੇ ਸੀ। ਪਰ ਨਿਖਿਲ ਬਹੁਤ ਗਰੀਬ ਸੀ ਤੇ ਮੈਂ ਵੀ ਗਰੀਬ ਸੀ। ਫਿਰ ਸਾਡੇ ਵਿੱਚ ਜਾਤ ਪਾਤ ਦਾ ਵੀ ਫਰਕ ਸੀ। ਮੈਂ ਨਿਖਿਲ ਨੂੰ ਕਿਹਾ ਕਿ ਮੇਰੇ ਲਈ ਰਿਸ਼ਤਾ ਭੇਜ ਦਿਓ, ਹੋ ਸਕਦਾ ਹੈ ਕਿ ਮੇਰਾ ਪਰਿਵਾਰ ਰਾਜੀ ਹੋ ਜਾਵੇ। ਨਿਖਿਲ ਤਾਂ ਮੰਨ ਗਿਆ ਸੀ, ਪਰ ਉਹਨਾਂ ਦਿਨਾਂ ਵਿੱਚ ਇੱਕ ਬਹੁਤ ਅਮੀਰ ਬਜ਼ੁਰਗ ਨੇ ਮੇਰੇ ਲਈ ਰਿਸ਼ਤਾ ਭੇਜ ਦਿੱਤਾ। ਮੇਰੇ ਮਾਪੇ ਬਹੁਤ ਖੁਸ਼ ਹੋ ਗਏ। ਉਹ ਕਹਿੰਦੇ ਸਨ ਕਿ ਹੁਣ ਸਾਡੀ ਕਿਸਮਤ ਬਦਲ ਜਾਵੇਗੀ। ਪਰ ਮੇਰਾ ਅੰਦਰੋਂ ਦਮ ਘੁੱਟ ਰਿਹਾ ਸੀ ਕਿਉਂਕਿ ਮੈਂ ਨਿਖਿਲ ਨੂੰ ਪਿਆਰ ਕਰਦੀ ਸੀ ਅਤੇ ਉਸ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ। ਮੈਂ ਕਿਸੇ ਅਮੀਰ ਬੁੱਢੇ ਨਾਲ ਵਿਆਹ ਕਰਕੇ ਕੀ ਕਰਨਾ ਸੀ? ਪੈਸਾ ਇਨਸਾਨ ਨੂੰ ਹਰ ਖੁਸ਼ੀ ਨਹੀਂ ਦੇ ਸਕਦਾ। ਮਨੁੱਖ ਲਈ ਮਨ ਦੀ ਸੱਚੀ ਖੁਸ਼ੀ ਵੀ ਜ਼ਰੂਰੀ ਹੈ। ਇਸ ਲਈ ਮੈਂ ਆਪਣੀ ਮਾਂ ਦੇ ਸਾਹਮਣੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਮੈਨੂੰ ਮੰਮੀ ਦੀਆਂ ਝਿੜਕਾਂ ਵੀ ਖਾਣੀਆਂ ਪਈਆਂ, ਪਰ ਮੈਂ ਅੜੀ ਹੋਈ ਸੀ। ਮੈਂ ਕਿਸੇ ਬੁੱਢੇ ਨਾਲ ਵਿਆਹ ਨਹੀਂ ਕਰਵਾਉਣਾ। ਮੈਂ ਨਿਖਿਲ ਨੂੰ ਸੁਨੇਹਾ ਵੀ ਭੇਜਿਆ ਸੀ ਕਿ ਮੇਰੇ ਲਈ ਰਿਸ਼ਤਾ ਆ ਗਿਆ ਹੈ ਅਤੇ ਮੈਂ ਉੱਥੇ ਵਿਆਹ ਨਹੀਂ ਕਰਨਾ ਚਾਹੁੰਦੀ। ਇਸ ਲਈ ਜਲਦੀ ਤੋਂ ਜਲਦੀ ਆਪਣਾ ਰਿਸ਼ਤਾ ਮੇਰੇ ਘਰ ਭੇਜ ਦਿਓ ਤਾਂ ਜੋ ਮੈਂ ਆਪਣੇ ਮਾਤਾ ਪਿਤਾ ਨੂੰ ਦੱਸ ਸਕਾਂ ਕਿ ਮੈਂ ਇਸ ਨੌਜਵਾਨ ਮੁੰਡੇ ਨੂੰ ਪਿਆਰ ਕਰਦੀ ਹਾਂ। ਭਾਵੇਂ ਇਹ ਗਰੀਬ ਹੈ, ਪਰ ਮੈਂ ਉਸ ਦੇ ਨਾਲ ਰਹਿਣ ਲਈ ਤਿਆਰ ਹਾਂ। ਇਸ ਲਈ ਤੁਸੀਂ ਮੇਰਾ ਵਿਆਹ ਇਸ ਮੁੰਡੇ ਨਾਲ ਕਰ ਦਿਓ। ਪਰ ਜਦੋਂ ਨਿਖਿਲ ਨੇ ਇਹ ਸੁਣਿਆ ਤਾਂ ਉਸਨੇ ਕਿਹਾ, ਨਹੀਂ, ਤੁਸੀਂ ਪਾਗਲ ਤਾਂ ਨਹੀਂ ਹੋ। ਜੇ ਮੈਂ ਸਾਰੀ ਉਮਰ ਵੀ ਕਮਾਉਂਦਾ ਰਹਾ ਤਾਂ ਵੀ ਮੈਂ ਉਸ ਬੁੱਢੇ ਜਿੰਨੀ ਕਮਾਈ ਨਹੀਂ ਕਰ ਸਕਾਂਗਾ। ਜਰਾ ਆਪ ਹੀ ਸੋਚੋ, ਉਸ ਦੀ ਉਮਰ ਕਿੰਨੀ ਹੋਵੇਗੀ? ਉਹ ਕਿੰਨਾ ਜੀ ਲਿਆ ਹੈ। ਉਸ ਨੇ 5-7 ਸਾਲ ਹੋਰ ਜਿਉਣਾ ਹੈ। ਫਿਰ ਉਹ ਇਸ ਸੰਸਾਰ ਨੂੰ ਛੱਡ ਜਾਵੇਗਾ ਅਤੇ ਫਿਰ ਮੈਂ ਤੈਨੂੰ ਅਪਣਾ ਲਵਾਂਗਾ ਅਤੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਪੈਸਾ ਹੀ ਪੈਸਾ ਹੋਵੇਗਾ। ਮੈਂ ਨਿਖਿਲ ਦੀਆਂ ਗੱਲਾਂ ਸੁਣ ਕੇ ਦੰਗ ਰਹਿ ਗਈ। ਮੈਂ ਤੁਰੰਤ ਨਾ ਕਰ ਦਿੱਤੀ। ਮੈਂ ਕਿਹਾ, ਮੈਂ ਪੈਸੇ ਦੀ ਲਾਲਚੀ ਨਹੀਂ ਹਾਂ। ਇਸ ਤੋਂ ਪਹਿਲਾਂ ਵੀ ਅਸੀਂ ਗਰੀਬੀ ਵਿੱਚ ਰਹਿ ਚੁੱਕੇ ਹਾਂ, ਹੁਣ ਵੀ ਰਹਿ ਲਵਾਂਗੇ। ਨਿਖਿਲ, ਮੈਨੂੰ ਇਸ ਦੁਨੀਆ ਵਿੱਚ ਸਿਰਫ ਤੇਰਾ ਸਾਥ ਚਾਹੀਦਾ ਹੈ। ਨਿਖਿਲ ਕਹਿਣ ਲੱਗਾ ਕਿ ਗਰੀਬੀ ਵਿੱਚ ਪਿਆਰ ਬਹੁਤਾ ਚਿਰ ਨਹੀਂ ਰਹਿੰਦਾ। ਅਸੀਂ ਦੋਵੇਂ ਖੁਸ਼ੀ-ਖੁਸ਼ੀ ਵਿਆਹ ਕਰਵਾ ਲਵਾਂਗੇ, ਪਰ ਕੁਝ ਹੀ ਦਿਨਾਂ ਵਿੱਚ ਸਾਡੇ ਘਰ ਵਿੱਚ ਲੜਾਈ ਝਗੜੇ ਹੋਣ ਲੱਗ ਜਾਣਗੇ। ਜਦੋਂ ਖਾਣ ਲਈ ਰੱਜ ਕੇ ਭੋਜਨ ਨਹੀਂ ਹੋਵੇਗਾ ਤਾਂ ਖੁਸ਼ੀ ਕਿੱਥੋਂ ਹੋਵੇਗੀ? ਪਿਆਰ ਦੇ ਨਾਲ ਖਾਲੀ ਪੇਟ ਨਹੀਂ ਭਰਦੇ। ਇਸ ਲਈ ਤੁਸੀਂ ਉਸ ਬੁੱਢੇ ਆਦਮੀ ਨਾਲ ਵਿਆਹ ਕਰ ਲਓ। ਉਸ ਦੇ ਰਿਸ਼ਤੇ ਤੋਂ ਇਨਕਾਰ ਨਾ ਕਰੋ। ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ, ਜਿਵੇਂ ਹੀ ਤੇਰੇ ਬੁੱਢੇ ਪਤੀ ਦੀ ਮੌਤ ਹੋ ਜਾਂਦੀ ਹੈ, ਮੈਂ ਤੈਨੂੰ ਅਪਣਾ ਲਵਾਂਗਾ ਅਤੇ ਫਿਰ ਅਸੀਂ ਦੋਵੇਂ ਉਸ ਦੀ ਛੱਡੀ ਹੋਈ ਜਾਇਦਾਦ ਨਾਲ ਐਸ਼ ਕਰਾਂਗੇ। ਅਤੇ ਮੈਂ ਇਹ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਮੈਂ ਬਿਨਾਂ ਨਿਖਿਲ ਦੇ ਕਿਸੇ ਹੋਰ ਵੱਲ ਅੱਖਾਂ ਚੁੱਕ ਕੇ ਦੇਖਣ ਬਾਰੇ ਵੀ ਨਹੀਂ ਸੋਚ ਸਕਦੀ ਸੀ। ਪਰ ਮੈਂ ਕੀ ਕਰ ਸਕਦੀ ਸੀ? ਮੇਰੇ ਮਾਤਾ ਪਿਤਾ ਨੇ ਮੇਰੇ ਤੇ ਬਹੁਤ ਦਬਾਅ ਪਾਇਆ ਸੀ ਅਤੇ ਹੁਣ ਨਿਖਿਲ ਵੀ ਹੱਥ ਧੋ ਕੇ ਮੇਰੇ ਪਿੱਛੇ ਲੱਗ ਗਿਆ ਸੀ ਕਿ ਤੂੰ ਉਸ ਬੁੱਢੇ ਨਾਲ ਵਿਆਹ ਕਰ ਲੈ। ਵੇਖ, ਉਸ ਬੁੱਢੇ ਨਾਲ ਵਿਆਹ ਕਰਕੇ ਅਸੀਂ ਰਾਤੋਂ ਰਾਤ ਅਮੀਰ ਹੋ ਜਾਵਾਂਗੇ। ਆਖਰਕਾਰ ਦੋਨਾਂ ਪਾਸਿਆਂ ਦੇ ਦਬਾਅ ਕਾਰਨ ਮੇਰੀ ਹਾਰ ਹੋਈ। ਇਸੇ ਲਈ ਮੈਂ ਹਾਰ ਮੰਨ ਲਈ ਅਤੇ ਬਜ਼ੁਰਗ ਆਦਮੀ ਨਾਲ ਵਿਆਹ ਕਰਨ ਲਈ ਰਾਜੀ ਹੋ ਗਏ। ਮੇਰੇ ਮਾਪੇ ਮੇਰੇ ਫੈਸਲੇ ਤੋਂ ਬਹੁਤ ਖੁਸ਼ ਸਨ ਅਤੇ ਨਿਖਿਲ ਵੀ ਮੇਰੇ ਫੈਸਲੇ ਤੋਂ ਬਹੁਤ ਖੁਸ਼ ਸੀ। ਉਹ ਕਹਿਣ ਲੱਗਾ ਕਿ ਹੁਣ ਸਾਡੀਆਂ 5 ਉਂਗਲਾਂ ਘਿਓ ਵਿੱਚ ਹਨ ਤੇ ਤੇਰਾ ਬੁੱਢਾ ਪਤੀ ਬਹੁਤੀ ਦੇਰ ਜਿੰਦਾ ਨਹੀਂ ਰਹਿ ਸਕੇਗਾ। ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਪਤੀ ਜਲਦੀ ਨਹੀਂ ਮਰੇਗਾ। ਮੈਂ ਕਦੇ ਵੀ ਨਿਖਿਲ ਨਾਲ ਨਹੀਂ ਮਿਲ ਸਕਾਂਗੀ। ਨਿਖਿਲ ਨੇ ਮੈਨੂੰ ਕਿਹਾ ਸੀ ਕਿ ਤੇਰਾ ਇਹ ਪਤੀ 3-4 ਸਾਲ ਤੋਂ ਵੱਧ ਨਹੀਂ ਜੀ ਸਕੇਗਾ, ਪਰ ਮੈਨੂੰ
ਮੈਨੂੰ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਅਤੇ ਫਿਰ ਕੁਝ ਸਮੇਂ ਵਿੱਚ ਹੀ ਮੇਰਾ ਵਿਆਹ ਉਸ ਬਜ਼ੁਰਗ ਨਾਲ ਹੋ ਗਿਆ। ਉਹ ਬਹੁਤ ਅਮੀਰ ਸੀ, ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਮੇਰੇ ਵਿਆਹ ਤੇ ਉਸ ਨੇ ਜੋ ਵੀ ਪੈਸਾ ਖਰਚ ਕੀਤਾ ਸੀ, ਸਾਰਾ ਇਲਾਕਾ ਸਦਮੇ ਵਿੱਚ। ਮੈਂ ਉਸ ਦੇ ਘਰ ਦੁਲਹਨ ਬਣ ਕੇ ਆਈ ਸੀ। ਮੈਨੂੰ ਵਿਸ਼ਵਾਸ ਸੀ ਕਿ ਇਹ 60 ਸਾਲ ਦਾ ਬੰਦਾ ਮੈਨੂੰ ਖੁਸ਼ ਨਹੀਂ ਰੱਖ ਸਕੇਗਾ। ਮੈਂ ਇੱਕ 20 ਸਾਲ ਦੀ ਜਵਾਨ ਕੁੜੀ ਸੀ, ਪਰ ਮੇਰੇ ਵਿਆਹ ਦੀ ਰਾਤ ਮੈਂ ਹੈਰਾਨ ਰਹਿ ਗਈ ਕਿਉਂਕਿ ਉਸ ਵਿੱਚ ਇੱਕ ਨੌਜਵਾਨ ਲੜਕੇ ਵਾਲਾ ਜੋਸ਼ ਸੀ। ਜਦੋਂ ਮੇਰੇ ਬੁੱਢੇ ਪਤੀ ਨੇ ਮੇਰੇ ਸਰੀਰ ਨੂੰ ਛੂਹਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ। ਮੈਨੂੰ ਆਪਣੀ ਬੇਵਸੀ ਕਾਰਨ ਰੋਣ ਆ ਰਿਹਾ ਸੀ। ਮੈਂ ਨਿਖਲ ਤੋਂ ਇਲਾਵਾ ਕਿਸੇ ਹੋਰ ਬਾਰੇ ਨਹੀਂ ਸੋਚਿਆ ਸੀ, ਪਰ ਮੈਂ ਆਪਣੇ ਆਪ ਨੂੰ ਇਸ ਹਾਲਾਤਾਂ ਤੇ ਛੱਡ ਦਿੱਤਾ। ਖੈਰ, ਮੇਰੇ ਵਿਆਹ ਨੂੰ ਹੌਲੀ-ਹੌਲੀ 4 ਮਹੀਨੇ ਬੀਤ ਚੁੱਕੇ ਸਨ। ਇੱਕ ਰਾਤ ਮੈਂ ਅਤੇ ਮੇਰਾ ਪਤੀ ਸੌਂ ਰਹੇ ਸੀ, ਪਰ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰੇ ਪਤੀ ਨਹੀਂ ਉੱਠੇ। ਜਦੋਂ ਮੈਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਉਸ ਦਾ ਸਰੀਰ ਬਿਲਕੁਲ ਠੰਡਾ ਹੋ ਚੁੱਕਾ ਸੀ ਅਤੇ ਉਹ ਮਰ ਗਿਆ ਸੀ। ਮੈਂ ਸੋਚਿਆ ਸੀ ਕਿ ਸ਼ਾਇਦ ਮੇਰੀ ਸਾਰੀ ਉਮਰ ਇਸ ਬੁੱਢੇ ਨਾਲ ਇਸ ਘਰ ਵਿੱਚ ਬੀਤ ਜਾਵੇਗੀ, ਪਰ 4 ਮਹੀਨਿਆਂ ਵਿੱਚ ਹੀ ਉਸ ਦੀ ਮੌਤ ਹੋ ਗਈ। ਮੌਤ ਬਹੁਤ ਡਰਾਵਨੀ ਚੀਜ਼ ਹੈ। ਮੈਨੂੰ ਆਪਣੇ ਪਤੀ ਦੀ ਮੌਤ ਦਾ ਅਫਸੋਸ, ਹਾਲਾਂਕਿ ਮੈਨੂੰ ਖੁਸ਼ ਹੋਣਾ ਚਾਹੀਦਾ ਸੀ। ਮੈਂ ਇਹੀ ਚਾਹੁੰਦੀ ਸੀ ਕਿ ਉਹ ਮਰ ਜਾਵੇ ਅਤੇ ਮੇਰੀ ਜ਼ਿੰਦਗੀ ਉਸ ਤੋਂ ਆਜ਼ਾਦ ਹੋ ਜਾਵੇ, ਪਰ ਜਦੋਂ ਉਹ ਮਰ ਗਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਮੈਂ ਆਪਣੇ ਪਤੀ ਦੀ ਮੌਤ ਤੋਂ ਦੁਖੀ ਸੀ। ਮੇਰੇ ਪਤੀ ਨੇ ਇੰਨੇ 4 ਮਹੀਨਿਆਂ ਦੌਰਾਨ ਮੇਰਾ ਬਹੁਤ ਖਿਆਲ ਰੱਖਿਆ। ਉਸਨੇ ਮੈਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਮੇਰੇ ਪਤੀ ਦਾ ਇਸ ਸੰਸਾਰ ਵਿੱਚ ਕੋਈ ਅਸਲੀ ਰਿਸ਼ਤੇਦਾਰ ਨਹੀਂ ਸੀ। ਦੂਰ ਦਰਾਡੇ ਤੋਂ ਆਏ ਰਿਸ਼ਤੇਦਾਰ ਸਾਰੇ ਮੇਰੇ ਪਤੀ ਦੀ ਜਾਇਦਾਦ ਦੇ ਭੁੱਖੇ ਸਨ। ਮੇਰੇ ਪਤੀ ਨੇ ਇਸ ਉਮਰ ਵਿੱਚ ਵੀ ਵਿਆਹ ਕਰਵਾ ਲਿਆ ਕਿਉਂਕਿ ਉਹ ਇਸ ਘਰ ਲਈ ਵਾਰਿਸ ਚਾਹੁੰਦੇ ਸਨ ਜੋ ਉਸ ਦੀ ਮੌਤ ਤੋਂ ਬਾਅਦ ਉਸ ਦੀ ਦੌਲਤ ਅਤੇ ਉਸ ਦੇ ਕਾਰੋਬਾਰ ਨੂੰ ਸੰਭਾਲ ਸਕੇ। ਅਤੇ ਫਿਰ ਰੱਬ ਦਾ ਚਮਤਕਾਰ ਹੋਇਆ। ਵਿਆਹ ਦੇ ਦੂਜੇ ਮਹੀਨੇ ਮੈਨੂੰ ਪਤਾ ਲੱਗਾ ਕਿ ਮੈਂ ਗਰਭਵਤੀ ਹਾਂ। ਜਦੋਂ ਡਾਕਟਰ ਨੇ ਮੈਨੂੰ ਇਹ ਖਬਰ ਸੁਣਾਈ ਤਾਂ ਮੈਂ ਬਿਲਕੁਲ ਵੀ ਖੁਸ਼ ਨਹੀਂ ਹੋਈ, ਪਰ ਜਦੋਂ ਮੈਂ ਆਪਣੇ ਪਤੀ ਵੱਲ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਅਜਿਹੀ ਚਮਕ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਦੇਖੀ ਸੀ। ਉਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰੇ। ਉਹਨਾਂ ਨੇ ਪੂਰੇ ਹਸਪਤਾਲ ਵਿੱਚ ਮਠਿਆਈਆਂ ਵੰਡੀਆਂ ਤੇ ਘਰ ਜਾ ਕੇ ਗਰੀਬਾਂ ਵਿੱਚ ਭੋਜਨ, ਪੈਸੇ ਅਤੇ ਕੱਪੜੇ ਵੰਡੇ ਅਤੇ ਫਿਰ ਆਪਣੇ ਪਤੀ ਦੀ ਖੁਸ਼ੀ ਦੇਖ ਕੇ ਮੈਂ ਵੀ ਆਪਣਾ ਮਨ ਮਨਾ ਲਿਆ। ਮੈਂ ਵੀ ਆਉਣ ਵਾਲੇ ਬੱਚੇ ਨੂੰ ਖੁਸ਼ੀ ਨਾਲ ਸਵੀਕਾਰ ਕਰ ਲਿਆ। ਮੇਰੇ ਪਤੀ ਨੇ ਮੇਰਾ ਇੰਨਾ ਖਿਆਲ ਰੱਖਿਆ ਕਿ ਉਸ ਨੇ ਮੈਨੂੰ ਜ਼ਮੀਨ ਤੇ ਪੈਰ ਵੀ ਨਹੀਂ ਰੱਖਣ ਦਿੱਤਾ। ਇਹ ਖੁਸ਼ਖਬਰੀ ਉਹਨਾਂ ਲਈ ਅਜੀਬ ਵੱਡੀ ਖਬਰ ਸੀ ਕਿ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਮੇਰੇ ਨਾਮ ਕਰ ਦਿੱਤੀ। ਮੇਰੇ ਪਤੀ ਨੇ ਸਾਡੇ ਵਿਆਹ ਦੇ ਦੂਜੇ ਮਹੀਨੇ ਦੇ ਅੰਦਰ ਆਪਣੀ ਸਾਰੀ ਜਾਇਦਾਦ ਮੈਨੂੰ ਦੇ ਦਿੱਤੀ। ਮੇਰੇ ਪਤੀ ਦੀ ਆਖਰੀ ਇੱਛਾ ਸੀ ਕਿ ਮੈਂ ਉਸ ਨੂੰ ਘਰ ਦਾ ਵਾਰਿਸ ਦੇਵਾਂ, ਪਰ ਸ਼ਾਇਦ ਰੱਬ ਨੇ ਉਸ ਦੀ ਕਿਸਮਤ ਵਿੱਚ ਇਹ ਖੁਸ਼ੀ ਨਹੀਂ ਲਿਖੀ ਸੀ। ਕੱਲ ਦੀ ਹੀ ਗੱਲ ਹੈ, ਜਦੋਂ ਮੈਂ ਬਾਗ ਵਿੱਚ ਸੈਰ ਕਰਨ ਲਈ ਪੌੜੀਆਂ ਤੋਂ ਹੇਠਾਂ ਜਾ ਰਹੀ ਸੀ। ਪਤਾ ਨਹੀਂ ਕਿਵੇਂ ਮੇਰਾ ਪੈਰ ਪੌੜੀਆਂ ਤੋਂ ਫਿਸਲ ਗਿਆ। ਇੰਜ ਮਹਿਸੂਸ ਹੋਇਆ ਜਿਵੇਂ ਪੌੜੀਆਂ ਤੇ ਤੇਲ ਪਿਆ ਹੋਵੇ ਤੇ ਫਿਰ ਮੇਰਾ ਪੈਰ ਤਿਲਕ ਗਿਆ। ਮੈਂ ਹੇਠਾਂ ਡਿੱਗ ਪਈ। ਮੇਰਾ ਪਤੀ ਮੈਨੂੰ ਡਾਕਟਰ ਕੋਲ ਲੈ ਗਿਆ। ਮੈਂ ਬਚ ਗਈ ਸੀ, ਪਰ ਮੇਰਾ ਬੱਚਾ ਨਹੀਂ। ਮੈਨੂੰ ਆਪਣੇ ਬੱਚੇ ਦੀ ਮੌਤ ਦਾ ਦੁੱਖ ਸੀ। ਮਾਂ ਬਣਨਾ ਇੱਕ ਵੱਖਰਾ ਅਹਿਸਾਸ ਹੁੰਦਾ ਹੈ ਅਤੇ ਇਹ ਅਹਿਸਾਸ ਹੌਲੀ-ਹੌਲੀ ਮੇਰੇ ਦਿਲ ਵਿੱਚ ਬਸਣ ਲੱਗਾ ਸੀ। ਮੈਂ ਇਸ ਖੂਬਸੂਰਤ ਅਹਿਸਾਸ ਨੂੰ ਮਹਿਸੂਸ ਕਰਦੀ ਸੀ। ਇਸ ਖਬਰ ਨਾਲ ਮੇਰੇ ਪਤੀ ਨੂੰ ਬਹੁਤ ਝਟਕਾ ਲੱਗਾ। ਸ਼ਾਇਦ ਉਹ ਇਹ ਸਦਮਾ ਬਰਦਾਸ਼ਤ ਨਾ ਕਰ ਸਕੇ। ਰਾਤ ਨੂੰ ਲੇਟਦਿਆਂ ਵੀ ਉਹ ਬਹੁਤ ਉਦਾਸ ਸੀ ਅਤੇ ਸਵੇਰ ਤੱਕ ਉਹ ਇਸ ਸੰਸਾਰ ਤੋਂ ਚਲਾ ਗਿਆ। ਇਹ ਝਟਕਾ ਉਹਨਾਂ ਲਈ ਇੰਨਾ ਵੱਡਾ ਸੀ ਕਿ ਇਸ ਨੇ ਉਹਨਾਂ ਦੀ ਜਾਨ ਲੈ ਲਈ। ਉਸ ਦੇ ਜਾਣ ਕਾਰਨ ਮੈਂ ਉਦਾਸ ਸੀ। 3 ਮਹੀਨੇ ਮੈਂ ਆਪਣੇ ਪਤੀ ਦੀ ਮੌਤ ਦਾ ਸੋਗ ਮਨਾਉਂਦੀ ਰਹੀ। ਲੋਕ ਆਉਂਦੇ ਜਾਂਦੇ ਰਹੇ। ਇਸ ਦੌਰਾਨ ਮੈਂ ਨਿਖਲ ਨਾਲ ਕੋਈ ਸੰਪਰਕ ਨਹੀਂ ਰੱਖਿਆ ਸੀ। 3-4 ਮਹੀਨਿਆਂ ਬਾਅਦ ਜਦੋਂ ਮੈਂ ਆਪਣੇ ਪੇਕੇ ਘਰ ਗਈ ਤਾਂ ਉੱਥੇ ਨਿਖਲ ਵੀ ਆ ਗਿਆ ਸੀ ਤੇ ਉਸ ਨੇ ਕਿਹਾ ਕਿ ਤੁਹਾਨੂੰ ਉਹ ਵਾਅਦਾ ਯਾਦ ਹੈ ਜੋ ਮੈਂ ਵਿਆਹ ਤੋਂ ਪਹਿਲਾਂ ਤੁਹਾਡੇ ਨਾਲ ਕੀਤਾ ਸੀ। ਮੈਂ ਸਿਰ ਹਿਲਾਇਆ ਅਤੇ ਕਿਹਾ, ਹਾਂ, ਮੈਨੂੰ ਯਾਦ ਹੈ, ਪਰ ਮੈਨੂੰ ਸ਼ੱਕ ਹੈ ਕਿ ਤੁਸੀਂ ਭੁੱਲ ਗਏ ਹੋ ਕਿਉਂਕਿ ਤੁਸੀਂ ਵਿਧਵਾ ਨਾਲ ਵਿਆਹ ਕਿਉਂ ਕਰਨਾ ਚਾਹੋਗੇ। ਤਾਂ ਨਿਖਲ ਨੇ ਕਿਹਾ, ਮੈਂ ਇੰਨਾ ਬੇਪਰਵਾਹ ਨਹੀਂ ਹਾਂ ਕਿ ਮੈਂ ਆਪਣਾ ਵਾਅਦਾ ਭੁੱਲ ਜਾਵਾਂ। ਮੈਂ ਅਜੇ ਵੀ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹਾਂ। ਤੂੰ ਹੁਣੇ ਆਪਣੇ ਮਾਂ-ਬਾਪ ਨੂੰ ਮਨਾ ਲੈ। ਮੈਂ ਆਪਣੇ ਮਾਂ-ਬਾਪ ਨੂੰ ਤੇਰਾ ਹੱਥ ਮੰਗਣ ਲਈ ਭੇਜਾਂਗਾ। ਇਹ ਸੁਣ ਕੇ ਮੈਂ 7ਵੇਂ
ਅਸਮਾਨ ਤੇ ਸੀ। ਮੈਂ ਜ਼ਿੰਦਗੀ ਵਿੱਚ ਸਿਰਫ ਇੱਕ ਨਿਖਲ ਦਾ ਸਾਥ ਹੀ ਤਾਂ ਮੰਗਿਆ ਸੀ, ਅਤੇ ਜਦੋਂ ਮੈਨੂੰ ਇਹ ਮਿਲ ਰਿਹਾ ਸੀ ਤਾਂ ਮੈਂ ਖੁਸ਼ ਕਿਉਂ ਨਹੀਂ ਹੁੰਦੀ। ਮੈਂ ਆਪਣੇ ਮਾਤਾ ਪਿਤਾ ਨੂੰ ਸਾਫ਼-ਸਾਫ਼ ਕਿਹਾ ਕਿ ਜੇਕਰ ਨਿਖਿਲ ਦਾ ਰਿਸ਼ਤਾ ਆ ਜਾਵੇ ਤਾਂ ਉਹ ਇਸ ਨੂੰ ਸਵੀਕਾਰ ਕਰ ਲੈਣ। ਇਨਕਾਰ ਕਰਨ ਦੀ ਲੋੜ ਨਹੀਂ ਹੈ। ਤੁਸੀਂ ਇੱਕ ਵਾਰ ਆਪਣੀ ਮਰਜ਼ੀ ਨਾਲ ਮੇਰਾ ਵਿਆਹ ਕੀਤਾ ਸੀ, ਪਰ ਹੁਣ ਤੁਸੀਂ ਆਪਣੀ ਮਰਜ਼ੀ ਮੇਰੇ ਉੱਤੇ ਨਹੀਂ ਥੋਪ ਸਕਦੇ। ਫਿਰ ਮੇਰੀ ਮਾਂ ਕਹਿਣ ਲੱਗੀ, ਪਹਿਲਾਂ ਤੁਸੀਂ ਸਾਡੀ ਖੁਸ਼ੀ ਲਈ ਆਪਣਾ ਸਿਰ ਝੁਕਾਇਆ ਸੀ, ਹੁਣ ਅਸੀਂ ਤੁਹਾਡੀ ਗੱਲ ਜ਼ਰੂਰ ਸੁਣਾਂਗੇ। ਜਿੱਥੇ ਮਰਜ਼ੀ ਕਹੋ, ਅਸੀਂ ਤੇਰਾ ਵਿਆਹ ਕਰਵਾਵਾਂਗੇ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਹੁਣ ਮੈਂ ਇਹੀ ਸੋਚਦੀ ਰਹੀ ਕਿ ਨਿਖਿਲ ਆਪਣੇ ਮਾਤਾ ਪਿਤਾ ਨੂੰ ਰਿਸ਼ਤੇ ਲਈ ਕਿਉਂ ਨਹੀਂ ਭੇਜ ਰਿਹਾ। ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਸ ਦੇ ਮਾਪੇ ਨਹੀਂ ਚਾਹੁੰਦੇ ਕਿ ਉਹਨਾਂ ਦਾ ਪੁੱਤਰ ਵਿਧਵਾ ਨਾਲ ਵਿਆਹ ਕਰੇ, ਇਹ ਸੁਣ ਕੇ ਮੇਰੇ ਦਿਲ ਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਗਈਆਂ। ਮੈਨੂੰ ਲੱਗਾ ਜਿਵੇਂ ਮੈਂ ਬਰਬਾਦ ਹੋ ਗਈ ਸੀ। ਮੇਰਾ ਸਾਰਾ ਸੰਸਾਰ ਬੇਰੰਗ ਹੋ ਗਿਆ ਸੀ। ਨਿਖਿਲ ਨੇ ਮੈਨੂੰ ਕਿਹਾ ਕਿ ਚਿੰਤਾ ਨਾ ਕਰੋ, ਹਿੰਮਤ ਨਾ ਹਾਰੋ, ਮੈਂ ਆਪਣੇ ਪਰਿਵਾਰ ਨੂੰ ਮਨਾ ਲਵਾਂਗਾ। ਪਰ ਮੈਂ ਹੁਣ ਇਹ ਗੱਲ ਆਪਣੇ ਦਿਲ ਵਿੱਚੋਂ ਕੱਢ ਦਿੱਤੀ ਸੀ ਕਿ ਕਿਸੇ ਦਿਨ ਮੈਂ ਨਿਖਿਲ ਨਾਲ ਵਿਆਹ ਕਰ ਸਕਾਂਗੀ। ਮੈਨੂੰ ਲੱਗਾ ਕਿ ਹੁਣ ਮੈਂ ਅਤੇ ਨਿਖਿਲ ਕਦੇ ਵੀ ਇਕੱਠੇ ਨਹੀਂ ਹੋ ਸਕਾਂਗੇ। ਦਿਨ ਇਸੇ ਤਰ੍ਹਾਂ ਲੰਘਦੇ ਰਹੇ ਅਤੇ ਫਿਰ ਮਹੀਨੇ ਕੁ ਬਾਅਦ ਨਿਖਿਲ ਆਪਣੇ ਮਾਤਾ ਪਿਤਾ ਨਾਲ ਮੇਰੇ ਘਰ ਆ ਗਿਆ। ਮੈਂ ਹੈਰਾਨ ਸੀ ਤੇ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ। ਮੈਂ ਖੁਸ਼ੀ ਨਾਲ ਪਾਗਲ ਹੋ ਰਹੀ ਸੀ। ਮੇਰੇ ਮਾਤਾ ਪਿਤਾ ਨੇ ਤੁਰੰਤ ਨਿਖਿਲ ਦਾ ਰਿਸ਼ਤਾ ਸਵੀਕਾਰ ਕਰ ਲਿਆ। ਫਿਰ ਬਾਅਦ ਵਿੱਚ ਮੈਂ ਨਿਖਿਲ ਨੂੰ ਪੁੱਛਿਆ ਕਿ ਤੇਰੇ ਮਾਤਾ ਪਿਤਾ ਵਿਆਹ ਲਈ ਕਿਵੇਂ ਰਾਜ਼ੀ ਹੋ ਗਏ, ਤਾਂ ਨਿਖਿਲ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਹ ਐਵੇਂ ਹੀ ਸਹਿਮਤ ਨਹੀਂ ਹੋਏ। ਮੈਂ ਉਹਨਾਂ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ। ਮੈਂ ਆਪਣੇ ਮਾਤਾ ਪਿਤਾ ਨੂੰ ਕਿਹਾ ਸੀ ਕਿ ਜੇਕਰ ਉਹਨਾਂ ਨੇ ਮੇਰਾ ਅੰਮ੍ਰਿਤਾ ਨਾਲ ਵਿਆਹ ਨਾ ਕਰਵਾਇਆ ਤਾਂ ਮੈਂ ਮਰ ਜਾਵਾਂਗਾ ਤੇ ਤੁਹਾਨੂੰ ਆਪਣਾ ਪੁੱਤਰ ਗਵਾਉਣਾ ਪਵੇਗਾ। ਤੇ ਫਿਰ ਮਾਪਿਆਂ ਨੂੰ ਮੇਰੀ ਗੱਲ ਮੰਨਣੀ ਪਈ। ਖੈਰ ਜੋ ਵੀ ਸੀ, ਮੈਂ ਬਹੁਤ ਖੁਸ਼ ਸੀ ਕਿ ਨਿਖਿਲ ਮੇਰੀ ਜ਼ਿੰਦਗੀ ਵਿੱਚ ਸ਼ਾਮਲ ਹੋ ਗਿਆ ਹੈ। ਅਸੀਂ ਦੋਹਾਂ ਨੇ ਬਹੁਤ ਸਾਦੇ ਢੰਗ ਨਾਲ ਵਿਆਹ ਕੀਤਾ ਅਤੇ ਫਿਰ ਮੈਂ ਨਿਖਿਲ ਨਾਲ ਆਪਣੇ ਪਹਿਲੇ ਪਤੀ ਦੇ ਘਰ ਆ ਗਈ। ਸਾਰੀ ਜਾਇਦਾਦ ਮੇਰੇ ਨਾਂ ਤੇ ਆ ਗਈ ਸੀ ਤੇ ਨਿਖਿਲ ਦਫ਼ਤਰੀ ਮਾਮਲੇ ਦੇਖਣ ਲੱਗ ਪਿਆ ਸੀ। ਮੈਂ ਨਿਖਿਲ ਨੂੰ ਕਿਹਾ ਸੀ ਕਿ ਇਹ ਸਾਰੀ ਜਾਇਦਾਦ ਮੇਰੇ ਨਾਮ ਤੇ ਹੈ ਤੇ ਤੁਸੀਂ ਇਸ ਤੋਂ ਹੋਣ ਵਾਲੇ ਸਾਰੇ ਲਾਭਾਂ ਦੇ ਹੱਕਦਾਰ ਹੋ। ਇਹ ਸੁਣ ਕੇ ਨਿਖਿਲ ਬਹੁਤ ਖੁਸ਼ ਹੋਇਆ ਅਤੇ ਬਹੁਤ ਮਿਹਨਤ ਕੀਤੀ। ਉਸਨੇ ਮੇਰੇ ਕਾਰੋਬਾਰ ਨੂੰ ਵਧਾਉਣ ਲਈ ਬਹੁਤ ਮਿਹਨਤ ਕੀਤੀ। ਅਸੀਂ ਦੋਵੇਂ ਇੱਕ ਦੂਜੇ ਤੋਂ ਬਹੁਤ ਖੁਸ਼ ਸੀ। ਜ਼ਿੰਦਗੀ ਬਹੁਤ ਸੁੰਦਰ ਲੰਘ ਰਹੀ ਸੀ। ਨਿਖਿਲ ਉੱਠਦਾ ਬੈਠਦਾ ਮੇਰੀ ਤਾਰੀਫ ਕਰਦਾ ਸੀ ਤੇ ਉਹ ਕਹਿੰਦਾ ਸੀ ਕਿ ਤੂੰ ਬਹੁਤ ਖੁਸ਼ਕਿਸਮਤ ਹੈ। ਤੇਰੀ ਕਿਸਮਤ ਸਦਕਾ ਰੱਬ ਨੇ ਮੇਰੇ ਦਿਨ ਫੇਰ ਦਿੱਤੇ ਹਨ। ਜੇ ਤੁਸੀਂ ਮੇਰੇ ਲਈ ਇੰਨੀ ਵੱਡੀ ਕੁਰਬਾਨੀ ਨਾ ਕੀਤੀ ਹੁੰਦੀ ਤਾਂ ਅਸੀਂ ਦੋਵੇਂ ਉਸ ਪੁਰਾਣੇ ਘਰ ਵਿੱਚ ਰਹਿੰਦੇ ਹੁੰਦੇ ਅਤੇ ਤੁਸੀਂ ਇੱਕ ਨਵਾਂ ਸੂਟ ਬਣਾਉਣ ਲਈ ਵੀ ਤਰਸ ਰਹੇ ਹੁੰਦੇ। ਨਿਖਿਲ ਕਾਰੋਬਾਰ ਚਲਾਉਣ ਲਈ ਬਹੁਤ ਮਿਹਨਤ ਕਰ ਰਿਹਾ ਸੀ। ਉਸ ਦੀ ਮਿਹਨਤ ਰੰਗ ਲਿਆਈ ਅਤੇ ਉਸ ਦਾ ਕਾਰੋਬਾਰ ਚਮਕਣ ਲੱਗ ਪਿਆ। ਉਸ ਨੂੰ ਬਹੁਤ ਚੰਗੀ ਆਮਦਨ ਹੋਣ ਲੱਗੀ, ਇੱਥੋਂ ਤੱਕ ਕਿ ਉਸਨੇ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਲਿਆ। ਹੁਣ ਉਸਨੇ ਮੇਰੇ ਕਾਰੋਬਾਰ ਨੂੰ ਵੀ ਸਮਾਂ ਦੇਣਾ ਸੀ ਅਤੇ ਦੂਜੇ ਪਾਸੇ ਆਪਣੇ ਕਾਰੋਬਾਰ ਨੂੰ ਵੀ ਸਮਾਂ ਦੇਣਾ ਸੀ। ਹੌਲੀ-ਹੌਲੀ ਉਹ ਆਪਣੀ ਨਿੱਜੀ ਜਾਇਦਾਦ ਨੂੰ ਵਧਾ ਰਿਹਾ ਸੀ। ਅਸੀਂ ਦੋਵੇਂ ਬਹੁਤ ਖੁਸ਼ ਸੀ, ਪਰ ਫਿਰ ਸ਼ਾਇਦ ਸਾਡੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਲੱਗ ਗਈ। ਹੁਣ ਮੈਨੂੰ ਹਰ ਵੇਲੇ ਥਕਾਵਟ ਮਹਿਸੂਸ ਹੁੰਦੀ ਸੀ। ਮੈਂ ਨਿਖਿਲ ਨੂੰ ਸਮਾਂ ਨਹੀਂ ਦੇ ਪਾ ਰਹੀ ਸੀ। ਉਹ ਮੇਰੇ ਕੋਲ ਸ਼ਿਕਾਇਤ ਕਰਦਾ ਰਹਿੰਦਾ ਅਤੇ ਇਸ ਤੋਂ ਬਾਅਦ ਮੈਂ ਉਸ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੀ। ਮੈਂ ਆਪਣੀ ਬਿਮਾਰੀ ਉਸ ਤੋਂ ਲੁਕਾਉਂਦੀ ਰਹੀ। ਮੈਂ ਨਹੀਂ ਚਾਹੁੰਦੀ ਸੀ ਕਿ ਨਿਖਿਲ ਨੂੰ ਪਤਾ ਲੱਗੇ ਕਿ ਮੈਂ ਬਿਮਾਰ ਹਾਂ ਅਤੇ ਉਸ ਦੇ ਨਾਲ ਰਹਿਣ ਦੇ ਯੋਗ ਨਹੀਂ ਹਾਂ। ਪਰ ਨਿਖਿਲ ਮੇਰੀ ਬਿਮਾਰੀ ਬਾਰੇ ਜਾਣ ਗਿਆ ਤੇ ਮੈਨੂੰ ਡਾਕਟਰ ਕੋਲ ਲੈ ਗਿਆ ਅਤੇ ਫਿਰ ਡਾਕਟਰ ਨੇ ਮੈਨੂੰ ਭਿਆਨਕ ਖਬਰ ਸੁਣਾਈ। ਉਸਨੇ ਮੈਨੂੰ ਕਿਹਾ ਕਿ ਤੈਨੂੰ ਇੱਕ ਲਾਇਲਾਜ ਬਿਮਾਰੀ ਹੈ ਅਤੇ ਫਿਰ ਅੱਜ ਉਹ ਵਿਅਕਤੀ ਜਿਸ ਲਈ ਮੈਂ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ, ਜੋ ਵਿਅਕਤੀ ਮੇਰੇ ਲਈ ਆਪਣੇ ਮਾਤਾ ਪਿਤਾ ਨਾਲ ਲੜਿਆ ਅਤੇ ਮੇਰੇ ਨਾਲ ਵਿਆਹ ਕਰਵਾਇਆ ਸੀ, ਉਹੀ ਵਿਅਕਤੀ ਅੱਜ ਮੈਨੂੰ ਛੱਡ ਗਿਆ ਸੀ ਕਿਉਂਕਿ ਮੈਂ ਬਿਮਾਰ ਹੋ ਗਈ ਸੀ। ਹੁਣ ਮੈਂ ਦੁਨੀਆ ਵਿੱਚ ਇਕੱਲੀ ਰਹਿ ਗਈ ਸੀ ਕਿਉਂਕਿ ਮੇਰੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਸੀ। ਹੁਣ ਮੇਰੇ ਸਿਰ ਤੇ ਕਿਸੇ ਦਾ ਹੱਥ ਨਹੀਂ ਸੀ। ਮੈਨੂੰ ਪੂਰੀ ਉਮੀਦ ਸੀ ਕਿ ਨਿਖਿਲ ਹਮੇਸ਼ਾ ਮੇਰੇ ਕੋਲ ਰਹੇਗਾ, ਪਰ ਅੱਜ ਉਹ ਵੀ ਮੈਨੂੰ ਛੱਡ ਕੇ ਚਲਾ ਗਿਆ ਸੀ। ਬਦਕਿਸਮਤੀ ਨਾਲ ਮੇਰੇ ਕੋਲ ਕੋਈ ਬੱਚਾ ਵੀ ਨਹੀਂ ਸੀ ਜੋ ਮੇਰਾ ਸਾਥ ਦੇ ਸਕੇ। ਹੁਣ ਮੈਂ ਬਹੁਤ ਡਰ ਗਈ ਸੀ। ਮੈਨੂੰ ਕੁਝ ਪਤਾ ਨਹੀਂ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੇਰੇ ਸਰੀਰ ਵਿੱਚ ਹਰ ਵੇਲੇ ਦਰਦ ਰਹਿੰਦਾ ਸੀ। ਮੈਂ ਰਾਤ ਨੂੰ ਉੱਠ ਕੇ ਬੈਠ ਜਾਂਦੀ
ਜਾਂਦੀ ਤੇ ਰੋਂਦੀ ਰਹਿੰਦੀ ਕਿ ਮੌਤ ਆਵੇ ਅਤੇ ਮੈਨੂੰ ਗਲੇ ਲਗਾ ਲਵੇ। ਇਸ ਲਈ ਮੈਂ ਦਵਾਈ ਖਾਣਾ ਵੀ ਛੱਡ ਦਿੱਤਾ ਸੀ। ਪਰ ਹੁਣ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਹ ਅਕਸਰ ਦਰਦ ਕਾਰਨ ਬੇਹੋਸ਼ ਹੋ ਜਾਂਦੀ ਸੀ। ਜਦੋਂ ਮੇਰੀ ਨੌਕਰਾਣੀ ਨੇ ਮੇਰੀ ਹਾਲਤ ਵੇਖੀ ਤਾਂ ਉਸਨੇ ਕਿਹਾ, ਦੀਦੀ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿੰਨਾ ਸਮਾਂ ਜੀਣਾ ਹੈ। ਹੁਣੇ ਆਪਣੇ ਆਪ ਨੂੰ ਨਾ ਮਾਰੋ। ਮਰਨ ਤੋਂ ਪਹਿਲਾਂ ਆਪਣੇ ਆਪ ਨੂੰ ਮੌਤ ਦਾ ਦਰਦ ਨਾ ਦਿਓ। ਮੈਂ ਵੇਖ ਰਹੀ ਹਾਂ ਕਿ ਤੁਸੀਂ ਮੌਤ ਨਾਲੋਂ ਵੱਧ ਪੀੜ ਸਹਿ ਰਹੇ ਹੋ। ਨਿਖਿਲ ਸਾਹਿਬ ਨੇ ਤੁਹਾਨੂੰ ਛੱਡ ਦਿੱਤਾ ਹੈ, ਇਸ ਲਈ ਇਸ ਦਾ ਬਦਲਾ ਆਪਣੇ ਆਪ ਤੋਂ ਨਾ ਲਓ। ਜੋ ਹੋਣਾ ਸੀ ਉਹ ਹੋ ਗਿਆ। ਹੁਣ ਆਪਣਾ ਖਿਆਲ ਰੱਖੋ, ਅੱਗੇ ਸੋਚੋ। ਜ਼ਿੰਦਗੀ ਵਿੱਚ ਕਦੇ ਹਾਰ ਨਾ ਮੰਨੋ। ਕੀ ਪਤਾ ਰੱਬ ਨੇ ਤੁਹਾਡੀ ਜ਼ਿੰਦਗੀ ਲਈ ਕੁਝ ਹੋਰ ਲਿਖਿਆ ਹੋਵੇ। ਪਰਮਾਤਮਾ ਬਹੁਤ ਵੱਡਾ ਹੈ, ਉਹ ਸਭ ਕੁਝ ਕਰ ਸਕਦਾ ਹੈ। ਜੇ ਤੁਸੀਂ ਆਪਣੇ ਬਚਨ ਦੀ ਆਸ ਛੱਡ ਦਿਓਗੇ ਤਾਂ ਰੱਬ ਵੀ ਤੁਹਾਡਾ ਸਾਥ ਛੱਡ ਦੇਵੇਗਾ। ਜਿਉਣ ਦੀ ਆਸ ਨਾ ਛੱਡੋ। ਬਾਕੀ ਸਾਰਾ ਦਿਨ ਨੌਕਰਾਣੀ ਦੇ ਇਹ ਬੋਲ ਮੇਰੇ ਮਨ ਵਿੱਚ ਗੂੰਜਦੇ ਰਹੇ। ਮੈਂ ਉਸ ਆਦਮੀ ਲਈ ਆਪਣੇ ਆਪ ਨੂੰ ਕਿਉਂ ਤਸੀਹੇ ਦੇ ਰਹੀ ਸੀ ਜੋ ਮੇਰਾ ਨਹੀਂ ਹੋ ਸਕਦਾ ਸੀ, ਜਿਸ ਨੇ ਮੈਨੂੰ ਔਖੇ ਵੇਲੇ ਛੱਡ ਦਿੱਤਾ। ਰੱਬ ਨੇ ਮੈਨੂੰ ਜਿੰਨੀ ਜ਼ਿੰਦਗੀ ਦਿੱਤੀ ਹੈ ਮੈਂ ਖੁਸ਼ੀ ਨਾਲ ਜੀਵਾਂਗੀ। ਮੈਂ ਮਰਨ ਤੋਂ ਪਹਿਲਾਂ ਆਪਣੇ ਆਪ ਨੂੰ ਮਾਰ ਨਹੀਂ ਸਕਦੀ। ਮੈਂ ਆਪਣੀ ਨੌਕਰਾਣੀ ਨੂੰ ਕਿਹਾ ਕਿ ਡਰਾਈਵਰ ਨੂੰ ਕਾਰ ਕੱਢਣ ਲਈ ਕਹੋ, ਮੈਂ ਡਾਕਟਰ ਕੋਲ ਜਾਣਾ ਚਾਹੁੰਦੀ ਹਾਂ। ਮੇਰੀ ਗੱਲ ਸੁਣ ਕੇ ਮੇਰੀ ਨੌਕਰਾਣੀ ਖੁਸ਼ ਹੋ ਗਈ ਅਤੇ ਫਟਾਫਟ ਡਰਾਈਵਰ ਕੋਲ ਗਈ। ਜਦੋਂ ਮੈਂ ਕਾਰ ਵਿੱਚ ਬੈਠੀ ਤਾਂ ਡਰਾਈਵਰ ਨੇ ਕਿਹਾ, ਮਾਲਕਣ ਤੁਸੀਂ ਬਹੁਤ ਕਮਜ਼ੋਰ ਹੋ ਗਏ ਹੋ। ਮੈਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਕਦੇ ਵੀ ਇੰਨੇ ਕਮਜ਼ੋਰ ਨਹੀਂ ਸੀ। ਇਹ ਡਰਾਈਵਰ ਮੇਰੇ ਪਹਿਲੇ ਪਤੀ ਦਾ ਨੌਕਰ ਸੀ ਅਤੇ ਉਦੋਂ ਤੋਂ ਇਸ ਘਰ ਵਿੱਚ ਰਹਿ ਰਿਹਾ ਸੀ। ਉਹ ਇੱਕ ਨੌਜਵਾਨ ਮੁੰਡਾ ਸੀ। ਉਸ ਦੀ ਉਮਰ ਲਗਭਗ 32-33 ਸਾਲ ਹੋਵੇਗੀ। ਉਹ ਬਹੁਤ ਚੰਗਾ ਅਤੇ ਸਮਝਦਾਰ ਮੁੰਡਾ ਸੀ। ਮੈਨੂੰ ਉਸ ਦੇ ਪਾਸਿਓਂ ਕਦੇ ਕੋਈ ਸ਼ਿਕਾਇਤ ਨਹੀਂ ਮਿਲੀ। ਮੈਂ ਕਿਹਾ, ਹਾਂ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ। ਉਹ ਕਹਿਣ ਲੱਗਾ, ਮਾਲਕਣ ਤੁਸੀਂ ਡਾਕਟਰ ਨੂੰ ਬਦਲ ਕੇ ਦੇਖੋ, ਤੁਹਾਨੂੰ ਕਿਸੇ ਹੋਰ ਡਾਕਟਰ ਤੋਂ ਲਾਭ ਹੋ ਸਕਦਾ ਹੈ। ਮੇਰੇ ਲਈ ਚਿੰਤਾ ਉਸ ਦੇ ਸ਼ਬਦਾਂ ਵਿੱਚ ਸਪਸ਼ਟ ਸੀ। ਮੈਂ ਕਿਹਾ ਕਿ ਮੈਨੂੰ ਲਾਇਲਾਜ ਬਿਮਾਰੀ ਹੈ, ਕਿਸੇ ਡਾਕਟਰ ਕੋਲ ਮੇਰੀ ਬਿਮਾਰੀ ਦਾ ਇਲਾਜ ਨਹੀਂ ਹੈ। ਹੁਣ ਮੈਂ ਜ਼ਰੂਰ ਮਰ ਜਾਵਾਂਗੀ, ਮੈਨੂੰ ਕੋਈ ਆਰਾਮ ਨਹੀਂ ਮਿਲੇਗਾ। ਇਸੇ ਲਈ ਮੇਰੇ ਪਤੀ ਨੇ ਵੀ ਮੈਨੂੰ ਤਲਾਕ ਦੇ ਦਿੱਤਾ ਹੈ। ਉਹ ਬਿਮਾਰ ਪਤਨੀ ਨਾਲ ਨਹੀਂ ਰਹਿਣਾ ਚਾਹੁੰਦਾ ਸੀ। ਜਦੋਂ ਮੇਰੇ ਡਰਾਈਵਰ ਨੇ ਇਹ ਸੁਣਿਆ ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ। ਉਸ ਨੇ ਕਿਹਾ ਕਿ ਹੁਣ ਕੀ ਹੋਵੇਗਾ। ਤੁਸੀਂ ਇਸ ਸੰਸਾਰ ਵਿੱਚ ਬਿਲਕੁਲ ਇਕੱਲੇ ਹੋ ਗਏ ਹੋ। ਮਾਲਕਣ ਤੁਸੀਂ ਆਪਣੇ ਲਈ ਕੋਈ ਸਹਾਰਾ ਲੱਭ ਲਓ। ਮੇਰੇ ਡਰਾਈਵਰ ਦੀ ਗੱਲ ਸੁਣ ਕੇ ਮੈਂ ਹੱਸ ਪਈ ਅਤੇ ਕਿਹਾ ਕਿ ਤੁਹਾਡਾ ਦਿਮਾਗ ਤਾਂ ਸਹੀ ਹੈ। ਇੱਕ ਮਰਦੀ ਹੋਈ ਔਰਤ ਦਾ ਸਹਾਰਾ ਕੌਣ ਬਣੇਗਾ ਜਿਸ ਦਾ ਪਤੀ ਵੀ ਉਸ ਨੂੰ ਤਲਾਕ ਦੇ ਚੁੱਕਾ ਹੈ। ਜੇ ਮੈਂ ਹੱਥ ਵਿੱਚ ਦੀਵਾ ਲੈ ਕੇ ਵੀ ਲੱਭਾਂ ਤਾਂ ਵੀ ਇਸ ਔਖੀ ਘੜੀ ਵਿੱਚ ਕੋਈ ਮੈਨੂੰ ਸਵੀਕਾਰ ਨਹੀਂ ਕਰੇਗਾ। ਫਿਰ ਮੇਰਾ ਡਰਾਈਵਰ ਕਹਿਣ ਲੱਗਾ, ਮਾਲਕਣ ਛੋਟਾ ਮੂੰਹ ਤੇ ਵੱਡੀ ਗੱਲ, ਪਰ ਜੇ ਤੁਸੀਂ ਸਹਿਮਤ ਹੋ ਤਾਂ ਮੈਂ ਤੁਹਾਨੂੰ ਅਪਣਾ ਲਵਾਂਗਾ ਤੇ ਤੁਹਾਡੀ ਸੰਭਾਲ ਕਰਾਂਗਾ। ਮੇਰੇ ਡਰਾਈਵਰ ਦੀ ਗੱਲ ਸੁਣ ਕੇ ਮੈਂ ਦੰਗ ਰਹਿ ਗਈ। ਉਹ ਸੋਹਣਾ ਨੌਜਵਾਨ ਸੀ। ਉਹ ਮੇਰੇ ਤੋਂ 8-9 ਸਾਲ ਹੀ ਵੱਡਾ ਹੋਵੇਗਾ। ਮੈਂ ਇੱਕ ਪਲ ਲਈ ਵੀ ਨਹੀਂ ਝਿਜਕੀ ਅਤੇ ਹਾਂ ਕਹਿ ਦਿੱਤੀ। ਮੈਂ ਕਿਹਾ, ਜੇ ਤੂੰ ਮੇਰਾ ਇਲਾਜ ਕਰਵਾ ਲਵੇਂ ਤਾਂ ਮੈਂ ਆਪਣੀ ਸਾਰੀ ਜਾਇਦਾਦ ਤੈਨੂੰ ਦੇ ਦਿਆਂਗੀ ਤੇ ਤੇਰੇ ਨਾਲ ਵਿਆਹ ਵੀ ਕਰ ਲਵਾਂਗੀ। ਮੇਰਾ ਡਰਾਈਵਰ, ਜਿਸ ਦਾ ਨਾਂ ਅਭਿਸ਼ੇਕ ਸੀ, ਖੁਸ਼ ਹੋ ਗਿਆ। ਖੈਰ ਮੈਂ ਡਾਕਟਰ ਕੋਲ ਗਈ। ਉਸਨੇ ਫਿਰ ਕਿਹਾ ਕਿ ਤੁਹਾਡਾ ਇਲਾਜ ਸੰਭਵ ਨਹੀਂ ਹੈ। ਡਾਕਟਰ ਦੀ ਗੱਲ ਸੁਣ ਕੇ ਮੇਰਾ ਦਿਲ ਡੁੱਬ ਗਿਆ। ਹੁਣ ਮੈਂ ਅਭਿਸ਼ੇਕ ਨਾਲ ਵਿਆਹ ਕਰਨ ਲਈ ਹੋਰ ਵੀ ਪੱਕਾ ਇਰਾਦਾ ਕਰ ਲਿਆ। ਦਰਅਸਲ ਮੈਂ ਬਹੁਤ ਬਿਮਾਰ ਸੀ ਅਤੇ ਮੌਤ ਤੋਂ ਡਰੀ ਹੋਈ ਸੀ। ਮੇਰੇ ਆਖਰੀ ਪਲਾਂ ਵਿੱਚ ਮੇਰਾ ਸਾਥ ਦੇਣ ਵਾਲਾ ਕੋਈ ਤਾਂ ਹੁੰਦਾ। ਇਹ ਸੋਚ ਕੇ ਮੈਂ ਅਭਿਸ਼ੇਕ ਨਾਲ ਵਿਆਹ ਕਰਨ ਲਈ ਰਾਜੀ ਹੋ ਗਈ ਅਤੇ ਫਿਰ ਅਸੀਂ ਦੋਵਾਂ ਨੇ ਬਹੁਤ ਸਾਦੇ ਢੰਗ ਨਾਲ ਵਿਆਹ ਕਰ ਲਿਆ। ਮੈਨੂੰ ਅਭਿਸ਼ੇਕ ਦੇ ਸਹਾਰੇ ਦੀ ਲੋੜ ਸੀ। ਇਸ ਤੋਂ ਵੱਧ ਤਾਂ ਮੈਨੂੰ ਕੁਝ ਚਾਹੀਦਾ ਹੀ ਨਹੀਂ ਸੀ। ਤੇ ਫਿਰ ਅਭਿਸ਼ੇਕ ਨੇ ਮੇਰਾ ਬਹੁਤ ਧਿਆਨ ਰੱਖਿਆ। ਉਸਨੇ ਮੈਨੂੰ ਆਪਣੀ ਰਾਣੀ ਬਣਾ ਲਿਆ ਸੀ। ਮੈਨੂੰ ਆਪਣੇ ਪ੍ਰੇਮੀ ਤੋਂ ਵੀ ਇੰਨਾ ਪਿਆਰ ਅਤੇ ਸਤਿਕਾਰ ਨਹੀਂ ਮਿਲਿਆ, ਜਿਸ ਲਈ ਮੈਂ ਇੱਕ ਬੁੱਢੇ ਆਦਮੀ ਨਾਲ ਵਿਆਹ ਕੀਤਾ ਸੀ। ਅਭਿਸ਼ੇਕ ਮੈਨੂੰ ਹਰ ਤਰ੍ਹਾਂ ਦੇ ਡਾਕਟਰਾਂ ਕੋਲ ਲੈ ਕੇ ਜਾਂਦਾ ਤਾਂ ਜੋ ਮੈਂ ਜਲਦੀ ਤੋਂ ਜਲਦੀ ਠੀਕ ਹੋ ਸਕਾਂ, ਪਰ ਕੋਈ ਵੀ ਡਾਕਟਰ ਮੇਰੀ ਬਿਮਾਰੀ ਨੂੰ ਸਮਝ ਨਹੀਂ ਸਕਿਆ। ਮੈਂ ਦਿਨ ਰਾਤ ਉਦਾਸ ਰਹਿੰਦੀ ਸੀ ਅਤੇ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਅਭਿਸ਼ੇਕ ਮੈਨੂੰ ਹੌਸਲਾ ਦੇਣ ਦੀ ਪੂਰੀ ਕੋਸ਼ਿਸ਼ ਕਰਦਾ ਸੀ। ਹੁਣ ਉਹ ਮੈਨੂੰ ਹਕੀਮ ਕੋਲ ਲੈ ਕੇ ਜਾਣ ਲੱਗਾ। ਮੈਨੂੰ ਹਕੀਮਾਂ ਤੇ ਭਰੋਸਾ ਤਾਂ ਨਹੀਂ ਸੀ, ਪਰ ਮੈਂ ਸਿਰਫ ਅਭਿਸ਼ੇਕ ਦੀ ਖੁਸ਼ੀ ਲਈ ਜਾਂਦੀ ਸੀ। 2 ਮਹੀਨੇ ਇਸੇ ਤਰ੍ਹਾਂ ਹੌਲੀ-ਹੌਲੀ ਲੰਘ ਗਏ। ਇੱਕ ਦਿਨ ਅਭਿਸ਼ੇਕ ਮੈਨੂੰ ਇੱਕ ਬਹੁਤ ਹੀ ਤਜਰਬੇਕਾਰ ਹਕੀਮ ਕੋਲ ਲੈ ਗਿਆ। ਪਤਾ ਨਹੀਂ ਅਭਿਸ਼ੇਕ ਨੇ ਉਸ ਹਕੀਮ ਦੇ ਕੰਨ 'ਚ ਕੀ ਕਿਹਾ। ਉਸ ਹਕੀਮ ਨੇ
ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਇਸ ਬੱਚੀ ਦਾ ਇਲਾਜ ਬਿਲਕੁਲ ਸੰਭਵ ਹੈ। ਇਹ ਸੁਣ ਕੇ ਮੈਂ ਖੁਸ਼ੀ ਨਾਲ ਝੂਮ ਉੱਠੀ। ਖੁਸ਼ੀ ਦੇ ਕਾਰਨ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸਨ। ਮੈਂ ਖੁਸ਼ੀ ਨਾਲ ਹਕੀਮ ਦੇ ਪੈਰਾਂ ਤੇ ਹੱਥ ਰੱਖ ਕੇ ਕਿਹਾ ਕਿ ਮੈਨੂੰ ਦੱਸੋ ਮੇਰਾ ਇਲਾਜ ਕੀ ਹੈ। ਉਸ ਨੇ ਕਹਿਣਾ ਸ਼ੁਰੂ ਕੀਤਾ, ਅੱਜ ਹੀ ਤੁਹਾਨੂੰ 20 ਬਜ਼ੁਰਗਾਂ ਦੇ ਖੂਨ ਦਾ ਟੀਕਾ ਆਪਣੇ ਸਰੀਰ ਵਿੱਚ ਲਗਾਉਣਾ ਪਵੇਗਾ। ਇਸ ਨਾਲ ਤੁਹਾਡੇ ਸਰੀਰ ਦਾ ਸਿਸਟਮ ਮਜ਼ਬੂਤ ਹੋ ਜਾਵੇਗਾ ਅਤੇ ਤੁਸੀਂ ਪੂਰੀ ਤਰ੍ਹਾਂ ਠੀਕ ਹੋ ਜਾਓਗੇ। ਇਹ ਕਿੰਨੀ ਅਜੀਬ ਗੱਲ ਸੀ। ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਕਿਉਂਕਿ ਮੈਂ ਪੜ੍ਹੀ ਲਿਖੀ ਕੁੜੀ ਸੀ। ਮੇਰਾ ਮਨ ਅਜੇ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਮੈਨੂੰ ਪਤਾ ਸੀ ਕਿ ਇਹ ਖਤਰਨਾਕ ਕੰਮ ਸੀ। ਅਜਿਹਾ ਕਰਨ ਨਾਲ ਕੁਝ ਵੀ ਹੋ ਸਕਦਾ ਸੀ। ਅਜਿਹੀ ਹਾਲਤ ਵਿੱਚ ਉਹ ਕਿਸੇ ਦਾ ਖੂਨ ਆਪਣੇ ਸਰੀਰ ਵਿੱਚ ਕਿਵੇਂ ਪਾ ਸਕਦੀ ਸੀ। ਅਭਿਸ਼ੇਕ ਕਹਿਣ ਲੱਗਾ, ਤੁਸੀਂ ਚਿੰਤਾ ਨਾ ਕਰੋ, ਮੈਂ ਹੁਣੇ ਹੀ ਖੂਨ ਦਾ ਪ੍ਰਬੰਧ ਕਰਾਂਗਾ। ਮੈਂ ਹੌਲੀ ਜਿਹੀ ਅਭਿਸ਼ੇਕ ਨੂੰ ਕਿਹਾ ਕਿ ਇਹ ਬਹੁਤ ਖਤਰਨਾਕ ਕੰਮ ਹੈ। ਇਸ ਤਰ੍ਹਾਂ ਬਿਮਾਰੀਆਂ ਹੋਰ ਵੀ ਫੈਲਦੀਆਂ ਹਨ। ਅਭਿਸ਼ੇਕ ਅਜੀਬ ਜਿਹਾ ਹੱਸਿਆ ਅਤੇ ਕਿਹਾ, ਤੁਸੀਂ ਪਹਿਲਾਂ ਕੀ ਠੀਕ ਹੋ? ਉਸ ਤੋਂ ਪਹਿਲਾਂ ਵੀ ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਹੋ। ਮੈਨੂੰ ਅਭਿਸ਼ੇਕ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ, ਇਸ ਲਈ ਮੈਂ ਉੱਠ ਕੇ ਘਰ ਆ ਗਈ। ਅਭਿਸ਼ੇਕ ਘਰ ਆਇਆ ਅਤੇ ਮੇਰੇ ਤੋਂ ਮਾਫੀ ਮੰਗਣ ਲੱਗਾ ਅਤੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਨੇ ਕਿਹਾ, ਜੇ ਤੁਸੀਂ ਇਸ ਤਰ੍ਹਾਂ ਠੀਕ ਹੋ ਜਾਓਗੇ ਤਾਂ ਇਹ ਸਭ ਕਰਨ ਵਿੱਚ ਕੀ ਹਰਜ ਹੈ। ਅਸੀਂ ਘੱਟੋ ਘੱਟ ਇੱਕ ਮੌਕਾ ਲੈ ਕੇ ਦੇਖ ਸਕਦੇ ਹਾਂ। ਤੁਸੀਂ ਹੁਣ ਵੀ ਬਿਮਾਰ ਹੋ। ਹਰ ਡਾਕਟਰੀ ਇਲਾਜ ਨੇ ਸਾਨੂੰ ਨਿਰਾਸ਼ਾ ਦਿੱਤੀ ਹੈ, ਇਸ ਲਈ ਇਹ ਆਖਰੀ ਉਮੀਦ ਹੈ ਜੋ ਬਚੀ ਹੈ। ਇਸ ਲਈ ਅਸੀਂ ਇਸ ਤੋਂ ਮੂੰਹ ਕਿਉਂ ਮੋੜੀਏ। ਜੇ ਤੁਸੀਂ ਠੀਕ ਹੋ ਗਏ ਤਾਂ ਅਸੀਂ ਚੰਗੀ ਖੁਸ਼ਹਾਲ ਜ਼ਿੰਦਗੀ ਜੀਵਾਂਗੇ। ਸਾਡੇ ਆਪਣੇ ਬੱਚੇ ਹੋਣਗੇ, ਸਾਡਾ ਘਰ ਬਸੇਗਾ। ਮੇਰੀ ਖੁਸ਼ੀ ਲਈ ਰਾਜ਼ੀ ਹੋ ਜਾਓ। ਮੈਂ ਚੁੱਪ ਸੀ। ਮੈਂ ਸੋਚਣ ਲਈ ਅਭਿਸ਼ੇਕ ਤੋਂ ਇੱਕ ਰਾਤ ਮੰਗੀ। ਹੁਣ ਅੱਧੀ ਰਾਤ ਨੂੰ ਅਭਿਸ਼ੇਕ ਗੂੜੀ ਨੀਂਦ ਸੌਂ ਰਿਹਾ ਸੀ ਅਤੇ ਮੈਂ ਮੰਜੇ ਤੇ ਬੈਠੀ ਸੋਚ ਰਹੀ ਸੀ ਕਿ ਹੁਣ ਮੈਂ ਕੀ ਕਰਾਂ। ਉਦੋਂ ਹੀ ਮੇਰੇ ਮੋਬਾਈਲ ਦੀ ਸਕਰੀਨ ਜਗ ਪਈ। ਮੈਂ ਦੇਖਿਆ ਤਾਂ ਨਿਖਿਲ ਦਾ ਫੋਨ ਆ ਰਿਹਾ ਸੀ। ਮੈਂ ਦੰਗ ਰਹਿ ਗਈ। ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ। ਮੈਂ ਨਾ ਚਾਹੁੰਦੇ ਹੋਏ ਵੀ ਕਾਲ ਅਟੈਂਡ ਕੀਤੀ। ਉਹ ਕਹਿਣ ਲੱਗਾ, ਅੰਮ੍ਰਿਤਾ ਤੁਸੀਂ ਕਿਵੇਂ ਹੋ? ਮੈਂ ਚੁੱਪ ਰਹੀ। ਉਸ ਨੇ ਕਿਹਾ, ਮੈਨੂੰ ਪਤਾ ਹੈ ਕਿ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਹੈ, ਪਰ ਮੈਂ ਤੁਹਾਡੀ ਬਿਮਾਰੀ ਤੋਂ ਡਰਿਆ ਹੋਇਆ ਸੀ ਅਤੇ ਸਾਡਾ ਡਰਾਈਵਰ ਅਭਿਸ਼ੇਕ ਵੀ ਮੈਨੂੰ ਕਹਿੰਦਾ ਰਿਹਾ ਕਿ ਰੱਬ ਜਾਣੇ ਮਾਲਕਣ ਨੂੰ ਕਿਹੜੀ ਬਿਮਾਰੀ ਹੈ। ਨਿਖਿਲ ਸਰ, ਬਿਹਤਰ ਹੈ ਕਿ ਤੁਸੀਂ ਉਸ ਨੂੰ ਛੱਡ ਦਿਓ। ਅਜਿਹਾ ਨਾ ਹੋਵੇ ਕਿ ਤੁਹਾਨੂੰ ਵੀ ਇਹ ਖਤਰਨਾਕ ਬਿਮਾਰੀ ਲੱਗ ਜਾਵੇ। ਇਸੇ ਲਈ ਮੈਂ ਡਰ ਗਿਆ ਸੀ, ਪਰ ਤੈਨੂੰ ਦਿਲ ਵਿੱਚੋਂ ਨਹੀਂ ਕੱਢ ਸਕਿਆ। ਮੈਂ ਤੁਹਾਡੀਆਂ ਰਿਪੋਰਟਾਂ ਆਪਣੇ ਨਾਲ ਅਮਰੀਕਾ ਲੈ ਕੇ ਆਇਆ ਹਾਂ। ਜਦੋਂ ਮੈਂ ਇੱਥੇ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਤੁਹਾਨੂੰ ਕੋਈ ਬਿਮਾਰੀ ਨਹੀਂ ਹੈ। ਤੁਹਾਡੇ ਖਾਣੇ ਵਿੱਚ ਕੁਝ ਦਵਾਈਆਂ ਮਿਲਾ ਕੇ ਤੁਹਾਨੂੰ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਤੁਹਾਡੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਸਾਡੇ ਘਰ ਵਿੱਚ ਇੱਕ ਵਿਅਕਤੀ ਮੌਜੂਦ ਹੈ ਜੋ ਤੁਹਾਨੂੰ ਨੁਕਸਾਨ ਪਹੁੰਚਾ ਰਿਹਾ ਹੈ। ਹੁਣ ਤੁਸੀਂ ਆਪਣੇ ਦੁਸ਼ਮਣ ਨੂੰ ਖੁਦ ਲੱਭ ਲਓ। ਨਿਖਿਲ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਈ। ਮੈਂ ਸੋਚਣ ਲੱਗੀ ਕਿ ਮੇਰੀ ਬਿਮਾਰੀ ਅਤੇ ਮੇਰੀ ਮੌਤ ਤੋਂ ਬਾਅਦ ਸਭ ਤੋਂ ਵੱਧ ਫਾਇਦਾ ਕਿਸ ਨੂੰ ਹੋਵੇਗਾ ਅਤੇ ਫਿਰ ਮੈਨੂੰ ਸਾਰੀ ਖੇਡ ਸਮਝ ਆ ਗਈ। ਇਸ ਸਭ ਦੇ ਪਿੱਛੇ ਅਭਿਸ਼ੇਕ ਹੋ ਸਕਦਾ ਹੈ। ਯਕੀਨਨ ਇਹ ਕੋਈ ਹੋਰ ਨਹੀਂ ਸਗੋਂ ਅਭਿਸ਼ੇਕ ਹੀ ਸੀ। ਸਵੇਰ ਹੁੰਦੇ ਹੀ ਮੈਂ ਪੁਲਿਸ ਨੂੰ ਬੁਲਾ ਲਿਆ। ਪੁਲਿਸ ਨੇ ਅਭਿਸ਼ੇਕ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਆਪਣੇ ਤਰੀਕੇ ਨਾਲ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਸਾਰੀ ਕਹਾਣੀ ਦੱਸ ਦਿੱਤੀ। ਇਸ ਸਭ ਦੇ ਪਿੱਛੇ ਅਸਲ ਵਿੱਚ ਅਭਿਸ਼ੇਕ ਦਾ ਹੱਥ। ਉਸਨੇ ਦੱਸਿਆ ਕਿ ਇਸ ਸਾਰੀ ਜਾਇਦਾਦ ਤੇ ਪਹਿਲੇ ਦਿਨ ਤੋਂ ਹੀ ਮੇਰੀ ਨਜ਼ਰ ਸੀ। ਮੈਂ ਸਭ ਕੁਝ ਹਾਸਲ ਕਰਨਾ ਚਾਹੁੰਦਾ ਸੀ। ਜਦੋਂ ਅੰਮ੍ਰਿਤਾ ਮੈਡਮ ਦਾ ਮੇਰੇ ਬੁੱਢੇ ਮਾਲਕ ਨਾਲ ਵਿਆਹ ਹੋਇਆ ਤਾਂ ਮੈਂ ਸੋਚਿਆ ਸੀ ਕਿ ਮੇਰਾ ਬੁੱਢਾ ਮਾਲਕ ਕੁਝ ਸਾਲਾਂ ਵਿੱਚ ਹੀ ਮਰ ਜਾਵੇਗਾ। ਉਸ ਤੋਂ ਬਾਅਦ ਮੈਂ ਅੰਮ੍ਰਿਤਾ ਮੈਡਮ ਨਾਲ ਵਿਆਹ ਕਰਾਂਗਾ ਅਤੇ ਸਭ ਕੁਝ ਮੇਰਾ ਹੋਵੇਗਾ। ਪਰ 2 ਮਹੀਨਿਆਂ ਬਾਅਦ ਹੀ ਅੰਮ੍ਰਿਤਾ ਮੈਡਮ ਗਰਭਵਤੀ ਹੋ ਗਈ ਸੀ। ਹੁਣ ਉਹ ਸਾਰੀ ਜਾਇਦਾਦ ਦੇ ਵਾਰਿਸ ਨੂੰ ਜਨਮ ਦੇਣ ਵਾਲੀ ਸੀ ਅਤੇ ਮੈਂ ਨਹੀਂ ਚਾਹੁੰਦਾ ਸੀ ਕਿ ਅਜਿਹਾ ਹੋਵੇ। ਮੈਨੂੰ ਪਤਾ ਸੀ ਕਿ ਅੰਮ੍ਰਿਤਾ ਮੈਡਮ ਕਿਸ ਸਮੇਂ ਬਗੀਚੇ ਵਿੱਚ ਸੈਰ ਕਰਨ ਜਾਂਦੀ ਸੀ। ਮੈਂ ਉਸੇ ਵੇਲੇ ਪੌੜੀਆਂ ਤੇ ਤੇਲ ਡੋਲ ਦਿੱਤਾ। ਅੰਮ੍ਰਿਤਾ ਜੀ ਦਾ ਪੈਰ ਤਿਲਕ ਗਿਆ ਅਤੇ ਉਹਨਾਂ ਦਾ ਬੱਚਾ ਮਰ ਗਿਆ। ਮੈਂ ਬਹੁਤ ਖੁਸ਼ ਸੀ। ਮੈਂ ਸੋਚਿਆ ਕਿ ਮੇਰਾ ਰਸਤਾ ਹੁਣ ਸਾਫ਼ ਸੀ। ਮਾਲਕ ਦੀ ਮੌਤ ਤੋਂ ਬਾਅਦ ਮੈਂ ਅੰਮ੍ਰਿਤਾ ਜੀ ਨਾਲ ਵਿਆਹ ਕਰਾਂਗਾ
ਅਤੇ ਸਾਰੀ ਜਾਇਦਾਦ ਮੇਰੀ ਹੋ ਜਾਵੇਗੀ। ਪਰ ਫਿਰ ਅੰਮ੍ਰਿਤਾ ਮੈਡਮ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ ਅਤੇ ਇਹ ਮੇਰੇ ਲਈ ਠੀਕ ਨਹੀਂ ਸੀ। ਮੈਂ ਅਜੇ ਤੱਕ ਆਪਣੀਆਂ ਕੋਸ਼ਿਸ਼ਾਂ ਵਿੱਚ ਅਸਫਲ ਨਹੀਂ ਹੋਇਆ ਸੀ। ਮੈਂ ਕੋਸ਼ਿਸ਼ ਕਰਦਾ ਰਿਹਾ ਅਤੇ ਫਿਰ ਮੈਂ ਖਾਣਾ ਪਕਾਉਣ ਵਾਲੀ ਨੌਕਰਾਣੀ ਨੂੰ ਆਪਣੇ ਨਾਲ ਮਿਲਾਉਣ ਵਿੱਚ ਕਾਮਯਾਬ ਹੋ ਗਿਆ। ਮੈਂ ਨੌਕਰਾਣੀ ਨੂੰ ਮੈਡਮ ਦੇ ਖਾਣੇ ਵਿੱਚ ਜ਼ਹਿਰ ਮਿਲਾਉਣ ਲਈ ਕਿਹਾ, ਜੋ ਉਸ ਨੂੰ ਅੰਦਰੋਂ ਕਮਜ਼ੋਰ ਕਰ ਰਿਹਾ ਸੀ। ਇਸ ਤੋਂ ਇਲਾਵਾ ਮੈਂ ਵੀ ਨਿਖਿਲ ਦੇ ਕੰਨ ਭਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਨਿਖਿਲ ਸਾਹਿਬ ਨੂੰ ਬੇਨਤੀ ਕੀਤੀ, ਉਹ ਆਪਣੀ ਬਿਮਾਰ ਪਤਨੀ ਨੂੰ ਤਲਾਕ ਦੇ ਦੇਣ, ਨਹੀਂ ਤਾਂ ਤੁਸੀਂ ਵੀ ਆਪਣੀ ਪਤਨੀ ਤੋਂ ਬਿਮਾਰ ਹੋ ਜਾਓ। ਸੱਚ ਜਾਣ ਕੇ ਮੇਰੀਆਂ ਅੱਖਾਂ ਖੁੱਲ ਗਈਆਂ। ਉਹ ਬੜੀ ਚਲਾਕੀ ਨਾਲ ਮੈਨੂੰ ਕਮਜ਼ੋਰ ਕਰ ਰਿਹਾ ਸੀ ਅਤੇ ਮੇਰੇ ਪਤੀ ਨਿਖਿਲ ਨੂੰ ਵੀ ਮੇਰੇ ਤੋਂ ਦੂਰ ਕਰ ਰਿਹਾ ਸੀ ਅਤੇ ਬੜੀ ਚਲਾਕੀ ਨਾਲ ਉਸਨੇ ਮੇਰੇ ਨਾਲ ਵਿਆਹ ਵੀ ਕੀਤਾ ਸੀ ਅਤੇ ਅਸਲ ਵਿੱਚ ਉਹ ਬਜ਼ੁਰਗ ਦਾ ਖੂਨ ਮੇਰੇ ਸਰੀਰ ਵਿੱਚ ਪਾਉਣਾ ਚਾਹੁੰਦਾ ਸੀ ਤਾਂ ਜੋ ਉਹਨਾਂ ਦੀਆਂ ਬਿਮਾਰੀਆਂ ਮੇਰੇ ਸਰੀਰ ਵਿੱਚ ਫੈਲਣ ਅਤੇ ਮੈਂ ਮਰ ਜਾਵਾਂ। ਖੈਰ ਨੌਕਰਾਣੀ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਹੁਣ ਮੈਂ ਹੌਲੀ-ਹੌਲੀ ਠੀਕ ਹੋਣ ਲੱਗੀ। ਨਿਖਿਲ ਨੇ ਮੇਰੇ ਤੋਂ ਮਾਫੀ ਮੰਗ ਲਈ ਅਤੇ ਹੁਣ ਉਹ ਮੈਨੂੰ ਦੁਬਾਰਾ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ। ਨਿਖਿਲ ਨੇ ਕਿਹਾ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਤੈਨੂੰ ਛੱਡ ਕੇ ਕੀਤੀ ਗਲਤੀ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਹੁਣ ਮੈਂ ਤੁਹਾਨੂੰ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਚਾਹੁੰਦਾ ਹਾਂ। ਪਰ ਮੈਂ ਨਿਖਿਲ ਨੂੰ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਤਿਆਰ ਨਹੀਂ ਸੀ। ਮੈਂ ਨਿਖਿਲ ਨਾਲ ਦੁਬਾਰਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਜਿਸ ਆਦਮੀ ਨੇ ਮੈਨੂੰ ਮੇਰੇ ਔਖੇ ਸਮੇਂ ਵਿੱਚ ਛੱਡ ਦਿੱਤਾ ਸੀ ਉਹ ਕਦੇ ਮੇਰਾ ਨਹੀਂ ਹੋ ਸਕਦਾ ਸੀ। ਹੁਣ ਮੈਂ ਇਕੱਲੀ ਰਹਿ ਰਹੀ ਹਾਂ ਪਰ ਨਿਖਿਲ ਮੈਨੂੰ ਬਾਰ-ਬਾਰ ਫੋਨ ਕਰਕੇ ਤੰਗ ਕਰਦਾ ਹੈ। ਉਹ ਮੇਰੇ ਘਰ ਵੀ ਆਉਂਦਾ ਹੈ ਪਰ ਮੈਂ ਚੌਕੀਦਾਰ ਨੂੰ ਕਹਿ ਦਿੱਤਾ ਕਿ ਉਸ ਨੂੰ ਬਾਹਰੋਂ ਹੀ ਮੋੜ ਦੇਣ। ਪਤਾ ਲੱਗਾ ਕਿ ਉਹ ਮੇਰੇ ਗੇਟ ਅੱਗੇ ਧਰਨੇ ਤੇ ਬੈਠ ਗਿਆ ਹੈ। ਉਸ ਨੂੰ ਧੁੱਪ ਜਾਂ ਬਾਰਿਸ਼ ਦੀ ਪਰਵਾਹ ਨਹੀਂ। ਉਹ ਕਹਿੰਦਾ ਹੈ, ਜਦੋਂ ਤੱਕ ਤੁਸੀਂ ਮੈਨੂੰ ਮਾਫ ਨਹੀਂ ਕਰ ਦਿੰਦੇ ਹੋ ਦੁਬਾਰਾ ਵਿਆਹ ਨਹੀਂ ਕਰੋਗੀ। ਮੈਂ ਇੱਥੇ ਇਸ ਗੇਟ ਤੋਂ ਨਹੀਂ ਹਟਾਂਗਾ। ਖਿੜਕੀ ਤੋਂ ਜਦੋਂ ਮੈਂ ਨਿਖਿਲ ਦੀ ਹਾਲਤ ਦੇਖੀ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਪਰ ਮੈਂ ਨਿਖਿਲ ਨੂੰ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਨਹੀਂ ਲਿਆਉਣਾ ਚਾਹੁੰਦੀ ਕਿਉਂਕਿ ਮੇਰਾ ਭਰੋਸਾ ਇੱਕ ਵਾਰ ਟੁੱਟ ਚੁੱਕਾ ਹੈ। ਦੋਸਤੋ ਹੁਣ ਤੁਸੀਂ ਹੀ ਦੱਸੋ ਕਿ ਮੈਂ ਨਿਖਿਲ ਨੂੰ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਲਿਆਵਾਂ ਕਿ ਮੈਨੂੰ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਜਾਂ ਪੁਲਿਸ ਨੂੰ ਬੁਲਾ ਕੇ ਉਸ ਨੂੰ ਸਾਡੇ ਗੇਟ ਤੋਂ ਹਟਾ ਦੇਣਾ ਚਾਹੀਦਾ ਹੈ। ਦੋਸਤੋ ਆਪਣੇ ਵਿਚਾਰ ਜ਼ਰੂਰ ਦਿਓ। ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ? ਜੇ ਵਧੀਆ ਲੱਗੀ ਤਾਂ ਲਾਈਕ ਕਰੋ ਅਤੇ ਵਧੀਆ ਕਮੈਂਟ ਜ਼ਰੂਰ ਕਰਿਓ। ਹਰ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।